ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀ ਵੱਡ ਅਵਰ ਨ ਕੋਇ ਵਾਹੋ ਵਾਹੋ ਅਗਮ ਅਥਾਹੋ ਹੈ ਵਾਹੋ ਵਾਹੋ ਸੱਚਾ ਸੋਏ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸੈਲ ਡੰਡਾਉਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਤਿਤ ਪਾਵਨ ਭਗਤ ਵਛਲ ਹਾਜ਼ਰਾ ਹਜੂਰ ਜਹਰਾ ਜਹੂਰ ਛਤਰ ਚਵਰ ਸਿੰਘਾਸਣ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਧੰਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ 'ਤੇ ਗੁਰੂ ਹਜ਼ੂਰੀ ਵਿੱਚ ਗੁਰੂ ਚਰਨਾਂ ਦੇ ਵਿੱਚ ਪਵਿੱਤਰ ਗੁਰਬਾਣੀ ਕੀਰਤਨ ਕਥਾ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਆਪਾਂ ਗੁਰੂ ਫਤਿਹ ਦੀ ਸਾਂਝ ਪਾਈਏ। ਦਾਸ ਦੀ ਗੁਰੂ ਫਤਿਹ ਪ੍ਰਵਾਨ ਕਰੋ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮਹਾਨ ਰਹਿਮਤ ਕਿਰਪਾ ਹੋਈ ਹੈ ਜੋ
ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਵਿੱਚ ਦੀਵਾਨ ਸੱਜੇ ਹੋਏ ਦੀਵਾਨਾਂ ਦੇ ਵਿੱਚ ਪਵਿੱਤਰ ਗੁਰਬਾਣੀ ਦੇ ਜਾਪ ਹੋਏ, ਆਸਾ ਦੀ ਵਾਰ ਦਾ ਕੀਰਤਨ ਹੋਇਆ ਹੈ। ਉਪਰੰਤ ਜੋ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ, ਉਸ ਦੀ ਲੜੀਵਾਰ ਕਥਾ ਆਪ ਸੰਗਤਾਂ ਰੋਜ਼ਾਨਾ ਇਸ ਸਮੇਂ ਤੇ ਸਰਵਣ ਕਰਦੇ ਹੋ। ਜਿਹੜੀ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ PTC ਸਿਮਰਨ ਚੈਨਲ ਦੇ ਸਾਧਨ ਦੇ ਰਾਹੀਂ ਘਰ ਘਰ ਵਿੱਚ ਬੈਠ ਕਰਕੇ, ਸ਼ਹਿਰਾਂ ਪਿੰਡਾਂ ਦੇ ਵਿੱਚ ਬੈਠ ਕਰਕੇ ਆਪ ਜੀ ਸਰਵਣ ਕਰਦੇ ਹੋ। ਚੱਲਦੀ ਹੋਈ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਗੌੜੀ ਰਾਗ ਦੇ ਉੱਤੇ ਚੱਲ ਰਹੀ ਹੈ। ਗੌੜੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਗ 297 ਦੇ ਉੱਤੇ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ। ਜਿਸ ਪਾਵਨ ਬਾਣੀ ਦੀ ਵਿਚਾਰ, ਜਿਸ ਪਾਵਨ ਸ਼ਬਦ ਦੀ ਵਿਚਾਰ ਆਪਾਂ ਸਰਵਣ ਕਰਨੀ ਹੈ, ਵਿਚਾਰ ਕਰਨੀ ਹੈ, ਉਸ ਦਾ ਮੂਲ ਪਾਠ ਆਪ ਜੀ ਨੇ ਸਿੰਘ ਸਾਹਿਬ ਜੀ ਦੇ ਪਾਸੋਂ ਸਰਵਣ ਕੀਤਾ ਹੈ। ਇਸ ਪਾਵਨ ਬਾਣੀ ਦਾ ਨਾਮ ਹੈ ਥਿੱਤੀ ਗੌੜੀ। ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਕਿਰਪਾ ਦਾ ਸਦਕਾ ਗੁਰੂ ਕੀਆਂ ਸੰਗਤਾਂ ਨੇ ਬੇਨਤੀ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਥਿੱਤਵਾਰ ਦੇ ਅਨੁਸਾਰ ਜਿਹੜਾ ਪਾਵਨ ਉਪਦੇਸ਼ ਹੈ ਉਹ ਗੁਰਬਾਣੀ ਦਾ ਉਪਦੇਸ਼ ਕੀ ਹੈ, ਤੇ ਦੂਜਾ ਸਤਿਗੁਰੂ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਉਸ ਦੇ ਵਿੱਚ ਪੂਜਾ ਕਿਸ ਦੀ ਕਰੀਏ, ਥਿੱਤਾਂ ਵਾਰਾਂ ਦੇ ਅਨੁਸਾਰ ਪੂਜਾ ਕਿਹਦੀ ਕਰਨੀ ਬਣਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਜਿਹੜੀ ਪੂਜਾ ਕਰਨੀ ਹੈ ਉਹ ਕੇਵਲ ਤਾਂ ਕੇਵਲ ਇੱਕ ਆਤਮ ਦੇਵ ਦੀ ਪੂਜਾ ਕਰਨੀ ਹੈ, ਪਰ ਪ੍ਰਮਾਤਮਾ ਦੀ ਪੂਜਾ ਕਰਨੀ ਹੈ, ਉਸ ਵਾਹਿਗੁਰੂ ਕਰਤੇ ਪੁਰਖ ਦੀ ਪੂਜਾ ਕਰਨੀ ਹੈ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ ਤੇ ਵਿਚਾਰੀਏ ਨਾ, ਉਹਦੇ ਵਿੱਚ ਸਾਨੂੰ ਅਕਾਲ ਦੀ ਪੂਜਾ ਦਾ ਹੁਕਮ ਹੈ। ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਹ ਸਾਨੂੰ ਗੁਰਮਤਿ ਦੇ ਸਿਧਾਂਤ ਨੇ। ਗੁਰੂ ਤੇ ਸਿੱਖ ਨੇ ਪੂਜਾ ਕਰਨੀ ਹੈ ਤੇ ਕੇਵਲ ਤਾਂ ਕੇਵਲ ਇੱਕ ਅਕਾਲ ਨੂੰ ਪੂਜਣਾ ਹੈ। ਦੂਜਾ, ਅਗਰ ਜੇ ਦਰਸ਼ਨ ਕਰਨੇ ਨੇ ਤੇ ਗੁਰੂ ਦੇ ਕਰਨੇ ਨੇ, ਗੁਰੂ ਪੰਥ ਦੇ ਕਰਨੇ ਨੇ, ਗੁਰੂ ਪੰਥ ਦੇ ਦੀਦਾਰ ਕਰਨੇ ਨੇ। ਤੇ ਜੇਕਰ ਵਿਚਾਰ ਕਰਨੀ ਹੈ ਤੇ ਗੁਰੂ ਦੇ ਸਿੱਖ ਨੇ ਸ਼ਬਦ ਦੀ ਵਿਚਾਰ ਕਰਨੀ ਹੈ, ਕਿਉਂਕਿ ਸ਼ਬਦ ਸਾਡੇ ਵਾਸਤੇ ਵੱਡਾ ਹੈ। ਜਿਹੜਾ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ 10 ਪਾਤਸ਼ਾਹੀਆਂ ਦੀ ਜੋਤ ਟਿਕਾ ਕਰਕੇ, 10 ਪਾਤਸ਼ਾਹੀਆਂ ਦੀ ਜੋਤ ਸ਼ਬਦ ਵਿੱਚ ਟਿਕਾ ਕਰਕੇ ਤੇ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਹੁ ਰਾਨੰ। ਵੱਡਿਆਂ ਤੋਂ ਪੀਰਾਂ ਤੋਂ ਪੀਰ ਹੈ, ਬੜਾ ਡੂੰਘਾ ਹੈ, ਬੜਾ ਗਹਿਰ ਗੰਭੀਰ ਹੈ, ਅਥਾਹ ਹੈ ਜਿਹੜਾ ਗੁਰੂ ਦਾ ਸ਼ਬਦ ਹੈ। ਤੇ ਇਸ ਕਰਕੇ ਜੇ ਗੁਰੂ ਦੇ ਸਿੱਖ ਨੇ ਵਿਚਾਰ ਕਰਨੀ ਹੈ ਤੇ ਸ਼ਬਦ ਦੀ ਵਿਚਾਰ ਕਰਨੀ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਤੇ ਗੁਰੂ ਸਾਹਿਬ ਜੀ ਨੇ ਅਗਲਾ ਬਚਨ ਕਿਹਾ ਹੈ ਬਿਨ ਸ਼ਬਦੇ ਜਗ ਬਹੁ ਰਾਣੰ। ਬਗੈਰ ਸ਼ਬਦ ਦੀ ਵਿਚਾਰ, ਬਗੈਰ ਸ਼ਬਦ ਦੀ ਸਿਧਾਂਤ ਰਹਿਣ ਸਿੱਧ ਤੋਂ ਬਗੈਰ ਇਹ ਸਾਰਾ ਜਗਤ ਜਿਹੜਾ ਸੰਸਾਰ ਉਹ ਕਮਲਿਆਂ ਵਰਗਾ ਏ, ਉਹ ਇਸੇ ਤਰ੍ਹਾਂ ਮਨ ਮੱਤੀਆਂ ਵਰਗਾ ਏ। ਕਿਉਂਕਿ ਜਿੰਨਾ ਚਿਰ ਤੱਕ ਸ਼ਬਦ ਦੀ ਵਿਚਾਰ ਸਾਡੇ ਅੰਦਰ ਨਹੀਂ, ਉਹਨਾਂ ਚਿਰ ਤੱਕ ਸਾਨੂੰ ਜੀਵਨ ਦਾ ਸਿਧਾਂਤ ਤੇ ਜੀਵਨ ਦੀ ਸੇਧ ਨਹੀਂ ਮਿਲੇਗੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਿ ਗੁਰੂ ਕੀ ਸੰਗਤ ਜੇ ਪੂਜਾ ਕਰਨੀ ਹੈ ਤੇ ਇੱਕ ਅਕਾਲ ਦੀ ਪੂਜਾ ਕਰਨੀ ਹੈ। ਉਸ ਦੇ ਮੁਤਾਬਕ ਉਹ ਥਿੱਤੀ ਗੌੜੀ ਦੇ ਨਾਮ ਦੇ ਨਾਲ ਇਹ ਜਿਹੜੀ ਪਾਵਨ ਪਵਿੱਤਰ ਗੁਰਬਾਣੀ ਹੈ, ਇਸ ਦੀ ਵਿਚਾਰ ਆਪ ਜੀ ਸਰਵਣ ਕਰਦੇ ਆ ਰਹੇ ਜੇ। ਇਸ ਤੋਂ ਪਹਿਲਾਂ ਆਪਾਂ 3 ਪੌੜੀਆਂ, 3 ਸ਼ਬਦ ਤੇ ਸ਼ਲੋਕ ਪੌੜੀ ਦੀ ਵਿਚਾਰ ਤਿੰਨਾਂ ਦੀ ਸਰਵਣ ਕਰ ਚੁੱਕੇ ਹਾਂ।
ਅੱਜ ਦਾ ਜਿਹੜਾ ਮੂਲ ਪਾਠ ਆਪ ਸੰਗਤਾਂ ਸਰਵਣ ਕਰ ਚੁੱਕੀਆਂ ਜੇ, ਉਹ ਹੈ ਚੌਥੀ ਪੌੜੀ ਥਿੱਤੀ ਗੌੜੀ ਦੀ। ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਇੱਕ ਸ਼ਲੋਕ ਉਚਾਰਿਆ ਹੈ, ਸ਼ਲੋਕ ਤੋਂ ਬਾਅਦ ਫਿਰ ਪੌੜੀ ਉਚਾਰੀ ਹੈ। ਜਿਹੜਾ ਸਿਧਾਂਤ ਹੈ, ਭਾਵ ਕਿ ਜਿੱਥੇ ਪੌੜੀ ਨੂੰ ਸੰਪੂਰਨ ਕਰਕੇ ਤੇ ਜਿਹਦੀ ਵਿਚਾਰ ਪੂਰੀ ਹੁੰਦੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ ਸ਼ਲੋਕ, ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਚਤੁਰ ਜੇ ਅਕਲਮੰਦ ਬੰਦਾ ਉਹ ਹੈ, ਅਕਲਮੰਦ ਮਨੁੱਖ ਉਹ ਹੈ ਜਿਹੜਾ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਿਆਣਾ ਪੁਰਸ਼ ਉਹ ਹੈ ਜਿਨਨੇ ਆਪਣੇ ਹੰਕਾਰ ਨੂੰ ਤਿਆਗ ਦਿੱਤਾ ਹੈ, ਜਿਨਨੇ ਆਪਣੀ ਮੈਂ ਨੂੰ ਤਿਆਗ ਦਿੱਤਾ ਹੈ, ਜਿਨਨੇ ਆਪਣੀ ਹਉਮੈ ਨੂੰ ਤਿਆਗ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਸਿਆਣਾ ਪੁਰਸ਼ ਉਹ ਹੈ। ਆਪਾਂ ਸਿਆਣਪ ਮੰਨਦੇ ਹਾਂ, ਆਪਾਂ ਦੁਨੀਆਦਾਰੀ ਤੌਰ 'ਤੇ ਸਿਆਣਪ ਮੰਨਦੇ ਹਾਂ ਕਿ ਜਿਹੜਾ ਜਵਾਨੀ ਤੋਂ ਬਾਅਦ ਮਨੁੱਖ ਬੁਢੇਪੇ ਵਿੱਚ ਚਲਾ ਜਾਵੇ, ਵੱਡੀ ਉਮਰ ਵਾਲਾ ਹੋ ਜਾਵੇ, ਬਜ਼ੁਰਗ ਹੋ ਜਾਵੇ, ਅਸੀਂ ਉਸ ਨੂੰ ਗੁਰੂ ਪਿਆਰਿਓ ਅਕਲਮੰਦ ਜਾਂ ਸਿਆਣਾ ਕਹਿੰਦੇ ਹਾਂ। ਪਰ ਗੁਰੂ ਸਾਹਿਬ ਜੀ ਨੇ ਇੱਥੇ ਕਿਸੇ ਸਿਆਣੇ ਉਸ ਦੀ ਗੱਲ ਨਹੀਂ ਕੀਤੀ। ਇੱਥੇ ਗੁਰੂ ਸਾਹਿਬ ਜੀ ਨੇ ਕਿਹਾ ਅਭਿਮਾਨ ਦਾ ਅਰਥ ਹੈ ਹੰਕਾਰ, ਹਉਮੈ, ਮੈਂ ਮੇਰੀ। ਗੁਰੂ ਸਾਹਿਬ ਜੀ ਕਹਿੰਦੇ ਆ ਸਿਆਣਾ ਉਹ ਹੈ ਜਿਨਨੇ ਹਉਮੈ ਨੂੰ ਤਿਆਗ ਦਿੱਤਾ ਹੈ, ਸਿਆਣਾ ਉਹ ਹੈ ਜਿਨਨੇ ਮੈਂ ਨੂੰ ਤਿਆਗ ਦਿੱਤਾ ਹੈ, ਸਿਆਣਾ ਉਹ ਹੈ ਜਿਨਨੇ ਹੰਕਾਰ ਨੂੰ ਤਿਆਗ ਕਰਕੇ ਗੁਰੂ ਨਾਨਕ ਦੀ ਸੰਗਤ, ਗੁਰੂ ਨਾਨਕ ਦੇ ਘਰ, ਗੁਰੂ ਨਾਨਕ ਦੇ ਦਰਬਾਰ ਵਿੱਚ ਆ ਕਰਕੇ ਝੁੱਕ ਕੇ ਡਿੱਗ ਪਿਆ ਹੈ। ਗੁਰੂ ਪਿਆਰਿਓ, ਆਪਾਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਜੀ ਦੇ ਅੱਗੇ, ਜਿਹਦੇ ਵਿੱਚ ਗੁਰੂ ਸਾਹਿਬਾਨਾਂ ਦਾ ਨਾਮ ਵੀ ਜ਼ਿਕਰ ਆਉਂਦਾ ਹੈ, ਜਿਹਦੇ ਵਿੱਚ ਕੁਰਬਾਨੀਆਂ ਵਾਲੇ ਸਿੰਘਾਂ ਸਿੰਘਣੀਆਂ ਦਾ ਜ਼ਿਕਰ ਆਉਂਦਾ ਹੈ, ਜਿਹਦੇ ਵਿੱਚ ਗੁਰੂ ਪਿਆਰਿਓ ਪੰਜ ਪਿਆਰੇ ਸਹਿਬਾਨ, ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਇਲਾਵਾ ਪੰਥ ਦੀ ਅਰਦਾਸ ਕੀਤੀ ਜਾਂਦੀ ਹੈ। ਸਾਰਾ ਭਾਵ ਅਰਥ ਸਾਨੂੰ ਅਰਦਾਸ ਵਿੱਚ ਮਿਲਦਾ ਹੈ। ਪਰ ਗੁਰੂ ਪਿਆਰਿਓ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਉਣ ਦੀ, ਹੰਕਾਰ ਨੂੰ ਤਿਆਗ ਕਰਕੇ ਤੇ ਗੁਰੂ ਚਰਨਾਂ ਦੇ ਵਿੱਚ ਅਸੀਂ ਆਉਣਾ ਕਿਵੇਂ ਹੈ, ਅਸੀਂ ਆਪਣੇ ਹੰਕਾਰ ਨੂੰ ਤਿਆਗਣਾ ਕਿਵੇਂ, ਉਹ ਵੀ ਸਤਿਗੁਰੂ ਪਾਤਸ਼ਾਹ ਸਾਨੂੰ ਪਾਵਨ ਬਾਣੀ ਵਿੱਚ ਕਿਰਪਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਦੇ ਆਪਾਂ ਅਰਦਾਸ ਕਰਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਸ਼ਬਦ ਦੋ ਨੇ, ਮਨ ਨੀਵਾਂ ਤੇ ਮੱਤ ਉੱਚੀ। ਅਗਰ ਜਦੋਂ ਅਸੀਂ ਇਹਨਾਂ ਨੂੰ ਧਾਰਨ ਕਰਾਂਗੇ ਨਾ, ਤੇ ਜਿਹੜੀ ਕਿਰਪਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਡੇ ਤੇ ਕੀਤੀ ਹੈ ਨਾ, ਤਜਿਆ ਮਾਨ ਅਭਿਮਾਨ, ਗੁਰੂ ਪਿਆਰਿਓ, ਉਹ ਉਸ ਸਿਧਾਂਤ ਨੂੰ ਸਾਨੂੰ ਸਮਝ ਲੱਗ ਜਾਵੇਗੀ, ਪਤਾ ਲੱਗ ਜਾਵੇਗਾ। ਸਿੱਖਾਂ ਦਾ ਮਨ ਨੀਵਾਂ। ਹੁਣ ਮਨੁੱਖ ਹਰ ਕੰਮ ਜਿਹੜਾ ਹੈ ਮਨ ਮਗਰ ਲੱਗ ਕੇ ਕਰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪਾਵਨ ਬਾਣੀ ਹੈ ਉਹ ਮਨ ਨੂੰ ਪਿੱਛੇ ਕਰਨ ਵਾਸਤੇ ਕਹਿੰਦੀ ਹੈ, ਮਨ ਨੂੰ। ਤੇ ਜਦੋਂ ਗੁਰੂ ਸਾਹਿਬ ਜੀ ਨੇ ਜਿੱਥੇ ਕਿਤੇ ਵੀ ਸਮਝਾਇਆ ਉੱਥੇ ਮਨ ਨੂੰ ਸਮਝਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਸ ਤਰ੍ਹਾਂ ਹੋਰ ਵੀ ਪਾਵਨ ਬਾਣੀ ਦੇ ਵਿੱਚ ਬੜੇ ਜ਼ਿਆਦਾ ਸ਼ਬਦ ਆਉਂਦੇ ਨੇ। ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਮਨ ਨੂੰ ਸਮਝਾਇਆ ਕਿ ਮਨਾ ਹੋਰ ਤਾਂ ਸਾਰਾ ਕੁਝ ਵਸ ਵਿੱਚ ਹੋ ਜਾਂਦਾ ਏ, ਸਾਰਾ ਕੁਝ ਕਬਰ ਵਿੱਚ ਆ ਜਾਂਦਾ ਏ, ਪਰ ਹੇ ਮਨਾ ਤੂੰ ਇੱਕ ਮਨ ਐਸਾ ਹੈ ਜਿਹੜਾ ਤੂੰ ਕਿਸੇ ਦੇ ਜਿਹੜਾ ਹੈ ਉਹ ਕਬਰ ਦੇ ਵਿੱਚ ਨਹੀਂ ਆਉਂਦਾ, ਤੂੰ ਪਕੜ ਦੇ ਵਿੱਚ ਨਹੀਂ ਆਉਣਾ। ਪਰ ਉਦੋਂ ਮਨ ਗੁਰੂ ਪਿਆਰਿਓ ਆਉਂਦਾ ਏ ਜਦੋਂ ਗੁਰੂ ਪਿਆਰੀ ਸਾਧ ਸੰਗਤ ਜੀ ਯਾਦ ਰੱਖਣਾ, ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਮਨ ਉਦੋਂ ਵਸ ਦੇ ਵਿੱਚ ਆ ਜਾਂਦਾ ਹੈ ਜਦੋਂ ਪੂਰੇ ਦੀ ਕਿਰਪਾ ਹੋ ਜਾਵੇ। ਪਰ ਪੂਰੇ ਦੀ ਕਿਰਪਾ ਲੈਣ ਵਾਸਤੇ ਸਾਨੂੰ ਮਨ ਨੀਵਾਂ ਕਰਕੇ ਆਉਣਾ ਪਵੇਗਾ। ਮਨ ਨੀਵਾਂ, ਸਿੱਖਾਂ ਦਾ ਮਨ ਨੀਵਾਂ। ਤੇ ਦੂਜੀ ਗੱਲ ਮੱਤ ਉੱਚੀ। ਹੁਣ ਆਪਾਂ ਗੁਰੂ ਨੂੰ ਪੁੱਛੀਏ ਸੱਚੇ ਪਾਤਸ਼ਾਹ ਮੱਤ ਕਿਹੜੀ ਉੱਚੀ ਚਾਹੀਦੀ ਹੈ? ਸਾਨੂੰ ਮੱਤ ਵੀ ਉੱਚੀ ਦੇ ਨਾ। ਅਰਦਾਸ ਦੇ ਵਿੱਚ ਬੇਨਤੀ ਤਾਂ ਕਰਤੀ, ਮਾਲਕਾ ਤੇਰੇ ਕੋ ਮਨ ਨੀਵੇਂ ਦੀ ਗੱਲ ਵੀ ਅਸੀਂ ਕਰ ਲਈ ਹੈ, ਅਸੀਂ ਤੇਰੇ ਕੋ ਹੁਣ ਮੱਤ ਉੱਚੀ ਲੈਣੀ ਹੈ, ਪਰ ਮਾਲਕਾ ਦਸੀ ਕਿਰਪਾ ਕਰੀ ਮੱਤ ਉੱਚੀ ਉਹ ਲੈ ਦਵੀਂ। ਸਾਨੂੰ ਕਿਹੜੀ ਬਖਸ਼ਿਸ਼ ਕਰੇਗਾ? ਉਹ ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਾਈ। ਆ ਜਿਹੜੀ ਮੱਤ ਆ ਸਾਨੂੰ ਉੱਚੀ ਦਈ, ਸਾਨੂੰ ਮੱਤ ਉਹ ਉੱਚੀ ਦਈ
जह जह पेखाओ तह हजूर, दूर कतहो ना जाई, रब रहिया सरबत्र मैं मन सदा ते आई। सानू आ मत दई, असी जिथे भी वेखीए तेरी होंद नू मालका तकीए, जिथे भी असी तकीए तेरी सत्ता नू तकीए, जिथे भी असी वेखीए मालका तेनू दे वेखीए, ते सानू मत उच्ची ओ दई कि सानू किसे दे विच वितकरा ना दसे। गुरु प्यारिओ, आ गुरु ग्रंथ साहिब जी की पावन हजूरी है। सानू गुरु साहिब जी ने दो सिद्धांत दिते ने, एक पंगत ते एक संगत। गुरु अमरदास सच्चे पातशाह के चरणों के विच अकबर बादशाह गया सी। उन्होंने सिखा ने आख्या कि बादशाह जेकर तू गुरु साहिब जी के दर्शन करने हैं ना, तो फिर इस तरह करना वा कि पहला तैनू पंगत विचों प्रशादा छकना पवेगा, जिथे सारी संगत बैठ के प्रशादा छकदी है। फिर उहदे तो बाद तू संगत करेगा, गुरु साहिब के दर्शन करेगा। हुण उन्होंने सत्ता का हंकार सी, उन्होंने तख्त ताज का हंकार सी, मैं बादशाह। पर गुरु प्यारिओ, अखीरी उस मर्यादा ते रहना पिया। गुरु साहिब जी ने ये दो सानू मर्यादा दित्तियां, एक पंगत ते एक संगत। जदों असी इन्हां दोवां नूं धारण करांगे, असी गुरु की संगत विच भी बवांगे ते गुरु की पंगत विच भी बवांगे। ते गुरु प्यारिओ, जदों असी मन नूं नीवां करके ते मत उच्ची लैण दी आस रख करके आवांगे, उदों गुरु अर्जन देव सच्चे पातशाह दे किरपा हो जाएगी, साडे ते बख्शिश हो जाएगी कि चतुर सियाणा सुगड़ सोए जिन तजिया अभिमान। उदों साडा हंकार जिहड़ा है वो नाश हो जाएगा, छुट जाएगा, सानू संगत विच बहण दी जाच आ जाएगी। गुरु प्यारिओ, आपां भांडे नूं मांजदे हां ते भांडा उदों साफ हुंदा जे जदों उहनूं किसे कैमीकल नाल, साबण नाल, रेत नाल जां होर किसे ढंग तरीके नाल मांजिया जावे, मांजन तो बाद साफ किया जावे, पानी नाल साफ किया जावे। गुरु प्यारिओ, जिहड़ी संगत है, ये संगत गुरु प्यारी साध संगत जी साडी वो है, समझ लो साडे मन रूपी भांडे वास्ते साबण का काम भी करेगी, ते दूजी गल सानू इस तरह पानी का काम भी करेगी। जदों इहदे विचों मन विकारा रूपी मैल नाश हो जाएगी ना, उदों गुरु प्यारिओ फिर की होवेगा, उदों साडा मन रूपी भांडा मांजिया जाएगा। जदों असी गुरु की संगत विच बैठांगे, साडे विचों हंकार चला जाएगा, साडे विचों खत्म हो जाएगा। अज की है, अज दा समा किहो जिहा है, मनुख दी हंकार दी सूई गुरुद्वारे शुरू हुंदी है। मनुख ऐसा है, अपनी मत है, इत्थे हंकार नूं त्यागना है, इत्थे अभिमान नूं त्यागना है, इत्थे गुरु दी शरण लैनी है। पर गुरु प्यारिओ, असी अपनी चौधरता ते अपना हंकार ते अपना इस तरह अपनियां चुतराइयां जिहड़ियां ने गुरुद्वारे जाके शुरू करते हैं। इहदे नाल नहीं, ਉਹਨੂੰ ਅਸੀਂ ਸਿਆਣਪਣੀ गुरु अर्जन देव पातशाह ने भी ਉਹਨੂੰ ਸਿਆਣਾ नहीं किया। ਸਿਆਣਾ ਉਹ है ਜਿਹੜਾ गुरु अर्जन देव सच्चे पातशाह ਕਹਿੰਦੇ ਜਿਹੜਾ ਹੰਕਾਰ त्याग दवे, ਜਿਹੜਾ अपनी मैं ਨੂੰ त्याग दवे, ਜਿਹੜਾ अपनी मैं मेरी ਨੂੰ ਛੱਡ दवे, ਤੇ ਜਿਹੜਾ ਕੇਵਲ ਤਾਂ ਕੇਵਲ गुरु की संगत ਦੇ ਵਿੱਚ ਰਚਿਆ ਜਾਵੇ, ਜਿਹੜਾ गुरु की संगत ਦੇ ਵਿੱਚ दर्शन करके अपने आप ਨੂੰ ਨਿਮਾਣਾ ਤੇ ਨੀਵਾ करे। गुरु साहब जी ਕਹਿੰਦੇ ਆ ਉਹ ਸਿਆਣਾ ਤੇ ਸੁਗੜ ਤੇ ਅਕਲਮੰਦ ਹੈ। गुरु प्यारिओ, गुरु घर विच आउण दा साडा फायदा पता की है? गुरु घर दे विच फायदा आउण दा साडा ये है कि जो गुरु दी मर्यादा है वो असी धारण करिए, जो गुरु कहिंदा है उस नूं मन्नीए, जो गुरु साडे ते कृपा करदा है, सानू उपदेश दिंदा है, असी उस नूं अपने हिरदे विच धारण करिए। साडा गुरु घर विच आउण दा ये फायदा है, ये मकसद है साडा। ते गुरु प्यारिओ, जेकर गुरु घर दे विच असी अपनी सोच नूं ही लैके तुरे गए ते गुरु दी सोच जां गुरु दी मर्यादा नूं ना वरतिया, ते फिर उहनूं सियाणा कोई नहीं। गुरु साहब जी ने भी कहा वो सियाणा नहीं। भाई, सब तो पहली गल ये कि जिहड़ा चतुर है, जिहड़ा सियाणा मनुख वो है, अकलमंद मनुख वो है। गुरु अर्जन देव पातशाह कहंदे जिन तजिया अभिमान, जिन्हें भाई अभिमान अपने हंकार नूं त्याग्या है।
ਚਾਰ ਪਦਾਰਥ ਅਸ਼ਟ ਸਿੱਧ, ਭਜ ਨਾਨਕ ਹਰ ਨਾਮ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਨੇ। ਚਾਰ ਪਦਾਰਥ ਧਰਮ, ਅਰਥ, ਕਾਮ, ਮੋਖ, ਇਹ ਚਾਰ ਪਦਾਰਥ ਨੇ ਜਿਨ੍ਹਾਂ ਨਾਲ ਸੰਸਾਰ ਦੇ ਅੰਦਰ ਇਸੇ ਪ੍ਰਕਾਰ ਮਨੁੱਖ ਲੱਭਦਾ ਵੀ ਹੈ, ਪ੍ਰਾਪਤ ਵੀ ਕਰਦਾ ਹੈ ਚਾਰ ਪਦਾਰਥਾਂ ਨੂੰ। ਦੂਜਾ ਗੁਰੂ ਸਾਹਿਬ ਜੀ ਨੇ ਕਿਹਾ ਹੈ ਅਸ਼ਟ ਸਿੱਧ, ਜਿਹਨੂੰ 8 ਸਿੱਧੀਆਂ ਕਿਹਾ ਜਾਂਦਾ ਹੈ। 8 ਸਿੱਧੀਆਂ ਤੁਸੀਂ ਜੋਗੀ ਲੋਕਾਂ ਦੇ ਵਿੱਚ ਜਾਓ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਜੋਗੀ ਲੋਕਾਂ ਦੇ ਵਿੱਚ 8 ਸਿੱਧੀਆਂ ਜਿਹੜੀਆਂ ਨੇ ਉਹ ਮੰਨੀਆਂ ਜਾਂਦੀਆਂ ਨੇ। 8 ਸਿੱਧੀਆਂ ਦੇ ਵਿੱਚ ਅਲੱਗ-ਅਲੱਗ ਉਹ ਸਿੱਧੀਆਂ ਮੰਨੀਆਂ ਜਾਂਦੀਆਂ ਨੇ। ਜਿਵੇਂ ਇੱਕ ਸਿੱਧੀ ਦਾ ਨਾਮ ਹੈ ਅਣਮਾ, ਦੂਜੀ ਸਿੱਧੀ ਦਾ ਨਾਮ ਹੈ ਮਹਿਮਾ ਤੇ ਤੀਜੀ ਸਿੱਧੀ ਦਾ ਨਾਮ ਹੈ ਗਰਮਾ। ਇਹਨਾਂ ਦੇ ਅਲੱਗ-ਅਲੱਗ ਅਰਥ ਨੇ। ਚੌਥੀ ਦਾ ਨਾਮ ਹੈ ਲਗਮਾ, ਪੰਜਵੀਂ ਦਾ ਨਾਮ ਹੈ ਪ੍ਰਾਪਤ, ਛੇਵੀਂ ਦਾ ਨਾਮ ਹੈ ਪ੍ਰਕਾਮਾ, ਸੱਤਵੀਂ ਦਾ ਨਾਮ ਹੈ ਪ੍ਰਕਾਸ਼ਿਤ ਈਸ਼ਤਾ ਅਤੇ 8ਵੀਂ ਦਾ ਨਾਮ ਹੈ ਵਸ਼ਤਾ। ਇਹ 8 ਸਿੱਧੀਆਂ ਨੇ ਜਿਹੜੀਆਂ ਇਹਨਾਂ ਦੇ ਵਿੱਚੋਂ ਗੁਰੂ ਪਿਆਰਿਓ ਸਿੱਧੀ ਹੈ ਅਣਮਾ। ਅਣਮਾ ਸਿੱਧੀ ਉਹ ਹੁੰਦੀ ਹੈ ਪ੍ਰਾਪਤੀ ਜਿਹੜਾ ਕਿ ਜਿੰਨਾ ਚਾਹਵੇ ਛੋਟੇ ਤੋਂ ਛੋਟਾ ਹੋ ਸਕਦਾ ਹੈ ਤੇ ਜਿੰਨਾ ਚਾਹਵੇ ਵੱਡੇ ਤੋਂ ਵੱਡਾ ਸਰੀਰ ਕਰ ਸਕਦਾ। ਜਦੋਂ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦੇ ਨਾਲ ਗੋਸ਼ਟ ਕੀਤੀ ਸੀ ਨਾ, ਤੇ ਗੋਰਖਨਾਥ ਦੇ ਜਿਹੜੇ ਸਿੱਧ ਸਨ ਚੇਲੇ, ਉਹ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਸਰੀਰਾਂ ਨੂੰ ਵੀ ਵਧਾ ਲਿਆ। ਜਿੱਥੇ ਜਵਾਨੀ ਸੀ ਉਹਨਾਂ ਨੇ ਬੁਢੇਪੇ 'ਚ ਦਿਖਾਤਾ, ਬੁਢੇਪੇ ਤੋਂ ਜਵਾਨੀ ਵਿੱਚ ਵਿਖਾਤਾ, ਜਵਾਨੀ ਤੋਂ ਬਚਪਨ ਦੇ ਵਿੱਚ ਵਿਖਾ ਦਿੱਤਾ। ਇਸ ਤਰੀਕੇ ਦੇ ਨਾਲ ਗੁਰੂ ਪਿਆਰਿਓ ਉਹਨਾਂ ਨੇ ਸਿੱਧੀ ਜਿਹੜੀ ਇਸੇ ਪ੍ਰਕਾਰ ਅਣਮਾ ਸਿੱਧੀ ਸੀ ਨਾ, ਅਣਮਾ ਸਿੱਧੀ, ਉਸ ਸਿੱਧੀ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਕੀਤਾ। ਦੂਜਾ ਸਿੱਧੀ ਦਾ ਨਾਮ ਹੈ ਮਹਿਮਾ, ਆਪਣੇ ਆਪ ਨੂੰ ਜਿੰਨਾ ਮਰਜ਼ੀ ਵੱਡਾ ਕਰ ਲੈਣਾ, ਉਹਨੂੰ ਕਹਿੰਦੇ ਨੇ ਮਹਿਮਾ ਸਿੱਧੀ। ਆਪਣੇ ਸਰੀਰ ਨੂੰ ਵਧਾ ਲੈਣਾ, ਉਮਰ ਨੂੰ ਵਧਾ ਲੈਣਾ, ਇਹ ਇਸੇ ਪ੍ਰਕਾਰ ਮਹਿਮਾ ਸਿੱਧੀ ਉਹਨੂੰ ਕਹਿੰਦੇ ਨੇ, ਵੱਡਾ ਹੋ ਜਾਣਾ। ਤੇ ਦੂਜਾ ਗੁਰੂ ਪਿਆਰੀ ਸਾਧ ਸੰਗਤ ਜੀ ਹੈ ਗਰਮਾ। ਇਹ ਇਸੇ ਤਰ੍ਹਾਂ ਇਹ ਵੀ ਉਹਨਾਂ ਸਿੱਧੀਆਂ ਦੇ ਵਿੱਚੋਂ ਗਰਮਾ ਸਿੱਧੀ ਹੈ, ਜਿਹਨੂੰ ਸਿੱਧੀ ਦੇ ਵਿੱਚ ਗਰਮਾ ਸਿੱਧੀ ਤੇ ਵਰਤ ਕਰਕੇ ਆਪਣੇ ਆਪ ਨੂੰ ਭਾਰਾ ਕਰ ਲੈਣਾ, ਸਰੀਰ ਵੱਡਾ ਕਰ ਲੈਣਾ, ਉਹਦਾ ਵਜਨ ਵਧਾ ਲੈਣਾ ਬਹੁਤ ਜ਼ਿਆਦਾ। ਇਸ ਤੋਂ ਇਲਾਵਾ ਲਗਮਾ, ਆਪਣੇ ਆਪ ਨੂੰ ਸਰੀਰ ਨੂੰ ਹੌਲਾ ਕਰ ਦੇਣਾ, ਇਹਨੂੰ ਕਹਿੰਦੇ ਨੇ ਲਗਮਾ ਸਿੱਧੀ। ਇਹ 8 ਦੀਆਂ 8 ਸਿੱਧੀਆਂ ਜਿਹੜੀਆਂ ਚੱਲਦੀਆਂ। ਦੂਜਾ ਹੈ ਪ੍ਰਾਪਤ, ਆਪਣੇ ਸਰੀਰ ਨੂੰ ਮਨ ਇੱਛਤ ਦੇ ਮੁਤਾਬਕ ਕਰਨਾ, ਮਨ ਇੱਛਤ ਦੇ ਮੁਤਾਬਕ ਕਿਸੇ ਵੀ ਤਰੀਕੇ ਦੇ ਨਾਲ ਕਰ ਦੇਣਾ ਤੇ ਮਨ ਇੱਛਤ ਵਧਾ ਲੈਣਾ, ਹੌਲਾ ਕਰ ਲੈਣਾ, ਭਾਰਾ ਕਰ ਲੈਣਾ, ਉਹਨੂੰ ਕਹਿੰਦੇ ਨੇ ਪ੍ਰਾਪਿਤ। ਤੇ ਦੂਜਾ ਹੈ ਗੁਰੂ ਪਿਆਰਿਓ ਪ੍ਰਕਾਮੈ। ਪ੍ਰਕਾਮੈ ਸਿੱਧੀ ਜਿਹੜੀ ਹੈ ਉਹ ਹੈ ਸਭ ਦੇ ਮਨ ਦੀਆਂ ਗੱਲਾਂ ਨੂੰ ਜਾਣ ਲੈਣਾ ਕਿ ਅੰਦਰ ਫਲਾਨਾ ਬੰਦਾ ਜਿਹੜਾ ਹੈ ਉਹਦੇ ਅੰਦਰ ਕੀ ਹੈ, ਉਹਦੇ ਅੰਦਰ ਕੀ ਹੈ, ਉਹ ਕੀ ਕਰਦਾ ਏ, ਉਹਨੂੰ ਕੀ ਕਿਹਾ ਜਾਂਦਾ ਏ, ਉਹ ਆਪਣੇ ਅੰਦਰ ਸੋਚਦਾ ਕੀ ਹੈ, ਦੂਜੇ ਦੀਆਂ ਇੱਛਾਵਾਂ ਨੂੰ ਸਮਝ ਲੈਣਾ। ਤੇ ਦੂਜਾ ਹੈ ਈਸ਼ਤਾ। ਈਸ਼ਤਾ ਦਾ ਅਰਥ ਹੈ ਗੁਰੂ ਪਿਆਰਿਓ ਆਪਣੀ ਇੱਛਾ ਦੇ ਅਨੁਸਾਰ ਕਿਸੇ ਨੂੰ ਪ੍ਰੇਰਨਾ, ਆਪਣੇ ਵੱਲ ਖਿੱਚਣਾ। ਜਿਵੇਂ ਜੋਗੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਖਿੱਚਣ ਦਾ ਯਤਨ ਕੀਤਾ ਸੀ ਕਿ ਜੜਾਵਾਂ ਵਧਾ ਲਓ, ਆਪਣੇ ਤਨ ਤੇ ਸਵਾਹ ਲਾ ਲਓ, ਆਪਣੇ ਤਨ ਤੇ ਆਹ ਕਰ ਲਓ, ਇਸੇ ਤਰ੍ਹਾਂ ਇਹਦੇ ਨਾਲ ਉਮਰ ਵਧਾ ਲਓ, ਸਮਾਧੀਆਂ ਲਾ ਲਓ। ਬੜਾ ਗੁਰੂ ਨਾਨਕ ਦੇਵ ਜੀ ਨੂੰ ਪ੍ਰੇਰਨ ਦਾ ਯਤਨ ਕੀਤਾ ਸੀ, ਪਰ ਗੁਰੂ ਪਿਆਰਿਓ ਰੱਬ ਨੂੰ ਪ੍ਰੇਰਨਾ ਜਿਹੜਾ ਉਹ ਸੌਖਾ ਨਹੀਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰੇਰਨ ਦਾ ਯਤਨ ਕੀਤਾ ਪਰ ਨਹੀਂ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਪ੍ਰੇਰਨਾ ਵਿੱਚ ਨਹੀਂ ਆਏ। ਅਗਲੀ ਹੈ 8ਵੀਂ ਸਿੱਧੀ ਈਸ਼ਤਾ, ਜਿਹੜਾ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਸਾਰਿਆਂ ਨੂੰ ਆਪਣੇ ਕਾਬੂ ਦੇ ਵਿੱਚ ਕਰ ਲੈਣਾ, ਆਪਣੇ ਵੱਸ ਦੇ ਵਿੱਚ ਕਰ ਲੈਣਾ। ਇਹ ਜਿਹੜੇ ਸਿੱਧ ਲੋਕ ਸਨ, ਇਹ ਗੁਰੂ ਪਿਆਰਿਓ ਇਹਨਾਂ 8 ਸਿੱਧੀਆਂ ਦੇ ਮੁਤਾਬਕ ਆਪਣੇ ਜੀਵਨ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਧਾਰਨ ਕਰਦੇ ਸਨ, ਆਪਣੇ ਜੀਵਨ ਦੇ ਮੁਤਾਬਕ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਅਗਰ ਜੇ 4 ਪਦਾਰਥ ਚਾਹੀਦੇ ਨਾ, ਧਰਮ, ਅਰਥ, ਕਾਮ, ਮੋਖ, ਅਤੇ ਦੂਜਾ 8 ਸਿੱਧੀਆਂ ਦੀ ਤਾਕਤ ਵੀ ਚਾਹੀਦੀ ਹੈ,
ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਭਜ ਨਾਨਕ ਹਰ ਨਾਮ। ਭਾਈ ਇੱਕ ਅਕਾਲ ਦਾ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰ, ਇੱਕ ਪਰਮਾਤਮਾ ਦਾ ਸਿਮਰਨ ਕਰ ਜਿਹਦੇ ਵਿੱਚ ਸਾਰੇ ਹੀ ਇਸੇ ਪ੍ਰਕਾਰ ਬਖਸ਼ਿਸ਼ਾਂ ਹੀ ਬਖਸ਼ ਜਾਣ, ਜਿਹਦੇ ਨਾਲ ਆ ਜੀਵਨ ਵੀ ਸਫਲਾ ਹੋ ਜਾਵੇਗਾ, ਲੋਕ ਵੀ ਸੁਹੇਲਾ ਹੋ ਜਾਵੇਗਾ, ਪਰਲੋਕ ਵੀ ਸੁਹੇਲਾ। ਜਿਵੇਂ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਇਸੇ ਤਰ੍ਹਾਂ ਉਸ ਨਾਮ ਦੇ ਨਾਲ ਲੋਕ ਵੀ ਸੁਹੇਲਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਤੇ ਅਗਲੇ ਬਚਨ ਵਿੱਚ ਸਤਿਗੁਰੂ ਜੀ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਨਾਮ ਦੇ ਵਿੱਚ ਸਾਰਾ ਕੁਝ ਹੈ। ਨਾਮ ਦੇ ਅੰਦਰ ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਭਗਤ ਧਰੂ ਵਰਗਿਆਂ ਨੇ ਨਾਮ ਜਪਿਆ ਤੇ ਗੁਰੂ ਪਿਆਰਿਓ ਤੱਤੀ ਵਾਹ ਵੀ ਜਿਹੜੀ ਹੈ ਉਹ ਨਹੀਂ ਲੱਗ ਸਕੀ। ਇਸ ਤੋਂ ਇਲਾਵਾ ਭਗਤ ਪ੍ਰਹਿਲਾਦ ਵਰਗਿਆਂ ਨੇ ਨਾਮ ਜਪਿਆ, ਪਰਮਾਤਮਾ ਦਾ ਨਾਮ ਸਿਮਰਨ ਭਜਨ ਕੀਤਾ। ਹਰਨਾਖਸ਼ ਨੇ ਤੇ ਉਹਦੀ ਭੂਆ ਹੋਲਕਾਂ ਨੇ ਕਿੰਨੇ ਯਤਨ ਕੀਤੇ, ਅੱਗ ਵਿੱਚ ਸਾੜਿਆ, ਜੰਗਲਾਂ ਵਿੱਚ ਸੁੱਟਿਆ, ਪਾਣੀ ਦੇ ਪੱਥਰਾਂ ਥੱਲੇ ਦੱਬਿਆ, ਪਰ ਗੁਰੂ ਪਿਆਰਿਓ ਨਾਮ ਦੀ ਬਖਸ਼ਿਸ਼ ਕਿੰਨੀ ਜ਼ਿਆਦੀ ਹੈ। ਨਾਮ ਦਾ ਕਰਕੇ ਉਹਨੂੰ ਕੋਈ ਭਗਤ ਪ੍ਰਹਿਲਾਦ ਨੂੰ ਵੀ ਤਾਰ ਨਹੀਂ ਸਕਿਆ। ਤੇ ਇਸ ਤੋਂ ਇਲਾਵਾ ਫੁਨ ਦ੍ਰੋਪਤੀ ਹਰ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਧ, ਸੋ ਦਾਮਾ ਅਪਦਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ। ਗੁਰੂ ਪਿਆਰਿਓ ਜਿਹੜੀ ਗਣਕਾ ਸੀ, ਇਸੇ ਤਰ੍ਹਾਂ ਹੋਰ ਵੀ ਬੜੇ ਲੋਕ, ਤੇ ਇਸ ਤੋਂ ਇਲਾਵਾ ਕਈ ਤਨ ਦੇ ਉੱਤੇ, ਉਹਦੇ ਤਨ ਦੇ ਉੱਤੇ, ਸਰੀਰ ਦੇ ਉੱਤੇ ਕੱਪੜੇ ਹੀ ਸਾਜ ਦਿੱਤੇ, ਉਹਨੂੰ ਨਗਨ ਨਹੀਂ ਕਰ ਸਕੇ। ਕਾਹਦਾ ਕਰਕੇ? ਇੱਕ ਅਕਾਲ ਦੀ ਸਿਮਰਨ ਭਜਨ ਬੰਦਗੀ ਕਰਕੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਤੱਤ ਸਾਰ ਇਸ ਪਵਿੱਤਰ ਨਾਮ ਦੇ ਵਿੱਚ ਹੈ। ਉਹ ਨਾਮ ਦੇ ਵਿੱਚ ਜਿਹੜਾ ਨਾਮ ਇਸੇ ਤਰ੍ਹਾਂ ਜੀਵਨ ਵੀ ਸਫਲਾ ਕਰਦਾ ਹੈ, ਉਹ ਨਾਮ ਦੇ ਵਿੱਚ ਜਿਸ ਨਾਮ ਨੂੰ ਕਦੀ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਪਰਮਾਤਮਾ ਦੇ ਨਾਮ ਨੂੰ ਜਿਹੜਾ ਭਾਵੇਂ ਕੋਈ ਕਿਤੇ ਬੈਠਾ ਹੈ, ਭਾਵੇਂ ਇਸੇ ਤਰ੍ਹਾਂ ਕੁਰਬਾਨੀਆਂ ਦੇਣ ਵਾਸਤੇ ਬੈਠਾ ਹੈ, ਜਿਸ ਨਾਮ ਬਾਣੀ ਦੇ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਕਦੀ ਵੀ ਸੰਸਾਰ ਦੇ ਅੰਦਰ ਇਸ ਤੋਂ ਇਲਾਵਾ ਤਤ ਸਾਰ ਤੋਂ ਬਗੈਰ ਉਸ ਮਾਲਕ ਦੀ ਬਖਸ਼ਿਸ਼ ਨਹੀਂ ਹੋਈ, ਕੇਵਲ ਨਾਮ ਦੇ ਨਾਲ ਬਖਸ਼ਿਸ਼ ਹੋਈ ਹੈ। ਆ ਜਿਹੜੀ ਦਿੱਲੀ ਦੀ ਧਰਤੀ ਹੈ, ਜਿੱਥੇ ਅੱਜ ਆਪਾਂ ਬੈਠੇ ਹੋਏ ਆ, ਜਿੱਥੇ ਅੱਜ ਆਪਾਂ ਕਥਾ ਕੀਰਤਨ ਦਾ ਆਨੰਦ ਮਾਣਦੇ ਆ, ਗੁਰੂ ਪਿਆਰਿਓ ਬਾਣੀ ਨਾਮ ਦਾ ਕਰਕੇ ਕਦੀ ਇਸ ਦਿੱਲੀ ਦੀ ਧਰਤੀ ਤੇ ਆਰੇ ਵੀ ਚੱਲੇ, ਪਰ ਉਸ ਨਾਮ ਬਾਣੀ ਦਾ ਕਰਕੇ, ਗੁਰੂ ਦੀ ਕਿਰਪਾ ਕਰਕੇ ਆਰਿਆਂ ਦੇ ਥੱਲੇ ਜਿਹੜੇ ਵੱਡੇ ਜਾਣ ਵਾਲੇ, ਆਰਿਆਂ ਦੇ ਥੱਲੇ ਚੀਰੇ ਜਾਣ ਵਾਲੇ ਵੀ ਜਿਹੜੇ ਆ ਉਹ ਗੁਰੂ ਪਿਆਰਿਓ ਡੋਲੇ ਨਹੀਂ। ਤੱਤੀਆਂ ਤਵੀਆਂ ਤੇ ਬੈਠਣ ਵਾਲੇ ਨਹੀਂ ਡੋਲੇ, ਉਬਲਦੀਆਂ ਦੇਗਾਂ ਵਿੱਚ ਬਾਲਣ ਵਾਲੇ ਨਹੀਂ ਡੋਲੇ। ਉਹਦਾ ਕਾਰਨ ਕੀ? ਕਹਿੰਦੇ ਸਨ ਕਿ ਇੱਥੇ ਇਸਲਾਮ ਪ੍ਰਵਾਨ ਕਰ ਲਵੋ, ਪਰ ਗੁਰੂ ਪਿਆਰਿਓ ਗੁਰੂ ਦੀ ਕਿਰਪਾ, ਨਾਮ ਦੀ ਬਖਸ਼ਿਸ਼, ਬਾਣੀ ਬਾਣੇ ਦੀ ਦਾਤ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਰਾ ਕੁਝ ਨਾਮ ਵਿੱਚ ਮਿਲਿਆ, ਇਸ ਸਰੀਰ ਤੋਂ ਬਦੇ ਮੁਕਤ ਹੋ ਗਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਭਜ ਨਾਨਕ ਹਰ ਨਾਮ। ਭਾਈ ਜੇ ਸਾਰੇ ਸੁੱਖ ਚਾਹੁੰਦਾ ਹੈ, ਜੇ ਧਰਮ ਅਰਥ ਕਾਮ ਮੋਖ ਚਾਹੁੰਦਾ ਹੈ, 18 ਸਿੱਧੀਆਂ ਚਾਹੁੰਦਾ ਹੈ, ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰ। ਹੁਣ ਗੁਰੂ ਪਿਆਰਿਓ ਆਪਾਂ ਕਈ ਵਾਰੀ ਇਹ ਗੱਲ ਕਹਿੰਦੇ ਕਿ ਸਿਮਰਨ ਜਿਹੜਾ ਹੈ ਉਹ ਕਿਸ ਤਰ੍ਹਾਂ ਕੀਤਾ ਜਾਵੇ। ਗੁਰੂ ਪਿਆਰਿਓ ਸਿਮਰਨ ਦੀ ਬੰਦਿਸ਼ ਕੋਈ ਨਹੀਂ। ਕਦੀ ਗੁਰੂ ਨੇ ਨਹੀਂ ਆਖਿਆ ਕਿ ਇਸ ਟਾਈਮ ਤੇ ਸਿਮਰਨ ਕਰਨਾ ਤੇ ਇਸ ਟਾਈਮ ਤੇ ਨਹੀਂ ਕਰਨਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੀ ਬਾਣੀ ਵਿੱਚ ਨਾ ਜਦੋਂ ਵੀ ਪੜਨ ਲੱਗ ਪਓ ਉਦੋਂ ਹੀ ਗੁਰੂ ਆਵਾਜ਼ਾਂ ਮਾਰੀ ਜਾਂਦਾ, ਉਦੋਂ ਹੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਗੁਰੂ ਨੇ ਕਿਹਾ ਤਾਂ ਨਹੀਂ ਨਾ ਸਵੇਰੇ ਹੀ ਆਈ ਮੇਰੇ ਕੋਲ, ਗੁਰੂ ਨੇ ਕਿਹਾ ਨਹੀਂ ਦੁਪਹਿਰੇ ਹੀ ਆਈ ਮੇਰੇ ਕੋਲ, ਗੁਰੂ ਨੇ ਕਿਹਾ ਨਹੀਂ ਸ਼ਾਮ ਨੂੰ ਆਈ ਮੇਰੇ ਕੋਲ, ਨਹੀਂ ਆਖਿਆ। ਆਖਿਆ ਗੁਰੂ ਦੇ ਸਿੱਖਾ ਬਾਣੀ ਜਦੋਂ ਮਰਜ਼ੀ ਪੜ, ਸਿਮਰਨ ਜਦੋਂ ਮਰਜ਼ੀ ਕਰ, ਪਰ ਇਹ ਯਾਦ ਰੱਖੀ ਜਿੰਨਾ ਕੁ ਸਿਮਰਨ ਕਰੇਗਾ ਉਸ ਅਕਾਲ ਪੁਰਖ ਪਰਮਾਤਮਾ ਦੇ ਵਾਹਿਗੁਰੂ ਦੇ ਭਾਣੇ ਅੰਦਰ ਰਹਿ ਕਰਕੇ ਤੇ ਟਿਕ ਕਰਕੇ ਕਰੀ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਈ ਹੈ।
ਭਾਈ ਸਾਰਿਆਂ ਸੁੱਖਾਂ ਦਾ ਦਾਤਾ ਉਹ ਹੈ ਜਿਹਦਾ ਨਾਮ ਤਤਸਾਰ ਹੈ, ਜਿਹਦੇ ਨਾਮ ਦੀਆਂ ਸਾਰੀਆਂ ਬਖਸ਼ਿਸ਼ਾਂ ਨੇ, ਜਿਹੜੇ ਨਾਮ ਦੇ ਨਾਲ ਯਾਦ ਰੱਖੀ ਲੋਕ ਵੀ ਸੁਹੇਲਾ ਹੋ ਜਾਂਦਾ ਹੈ। ਕਦੀ ਉਸ ਨਾਮ ਦੇ ਨਾਲ ਜੁੜ ਕਰਕੇ ਤੇ ਕਦੀ ਖੋਪਰ ਲਵਾਏ ਗਏ, ਤੇ ਇਹ ਗੱਲ ਯਾਦ ਰੱਖੀ ਖੋਪਰ ਲਵਾਉਣ ਤੋਂ ਬਾਅਦ ਵੀ ਉਹ ਡੋਲੇ ਨਹੀਂ। ਉਹ ਕਾਹਦਾ ਕਰਕੇ ਆ? ਨਾਮ ਦਾ ਕਰਕੇ ਆ। ਸੋ ਮੇਰਾ ਕਹਿਣ ਤੋਂ ਭਾਵ ਸਤਿਗੁਰੂ ਦੀ ਬਾਣੀ ਦੇ ਬਚਨ ਦੇ ਅਨੁਸਾਰ ਸਤਿਗੁਰੂ ਕਹਿੰਦੇ ਨੇ ਸਾਰਾ ਕੁਝ ਮਿਲੇਗਾ, ਤਾਕਤਾਂ ਵੀ ਮਿਲੇਗੀਆਂ, ਸਾਰਾ ਕੁਝ ਪ੍ਰਾਪਤ ਹੋਵੇਗਾ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਜ ਨਾਨਕ ਹਰ ਨਾਮ। ਭਾਈ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਨਾਮ ਸੱਚਾ ਹੈ, ਜਿਹਦੇ ਵਰਗਾ ਹੈ ਕੋਈ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਸੰਸਾਰ ਸਾਗਰ ਤੋਂ ਪਾਰ ਕਰਨ ਵਾਲਾ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦਾ ਸਿਮਰਨ ਭਜਨ ਕਰ। ਪੌੜੀ ਚਤੁਰਥ ਚਾਰੇ ਵੇਦ ਸੋਣਾ, ਸੋਧਿਓ ਤਤ ਵਿਚਾਰ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਗਲੀ ਪੰਕਤੀ ਦੇ ਵਿੱਚ ਕਿਰਪਾ ਕਰਦੇ ਨੇ। ਚੌਥੀ ਥਿਤ ਵਾਰ ਦੇ ਅਨੁਸਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਚਾਰ ਦੇ ਚਾਰ ਵੇਦ, ਧਰਮ ਅਰਥ ਕਾਮ ਤੋਂ ਇਲਾਵਾ, ਫਿਰ ਇਸ ਤੋਂ ਇਲਾਵਾ ਚਾਰ ਵੇਦ ਜਿਹੜੇ ਨੇ, ਅਥਰਵਣ ਵੇਦ ਹੈ, ਰਗੁਰ ਵੇਦ ਹੈ, ਜਜੁਰ ਵੇਦ ਹੈ। ਇਸੇ ਤਰ੍ਹਾਂ ਜਿਹੜੇ ਇਸ ਤਰ੍ਹਾਂ ਚਾਰ ਇਹ ਵੇਦ ਨੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਨੂੰ ਸੁਣਿਆ, ਇਹਨਾਂ ਨੂੰ ਪੜ੍ਹਿਆ, ਇਹਨਾਂ ਨੂੰ ਵਿਚਾਰਿਆ ਏ। ਚਤੁਰਤ ਚਾਰੇ ਵੇਦ ਸੁਣ, ਤੇ ਇਹਨਾਂ ਨੂੰ ਸੁਣ ਕਰਕੇ ਵਿਚਾਰ ਕਰਕੇ ਸੋਧਿਓ ਤਤ ਵਿਚਾਰ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਤਤ ਸਾਰ ਅਸਾਂ ਨੇ ਇਹ ਕੱਢਿਆ ਏ। ਕਿਹੜਾ ਤਤ ਸਾਰ ਕੱਢਿਆ ਏ? ਸਤਿਗੁਰੂ ਜੀ ਕਹਿੰਦੇ ਸਰਬ ਖੇਮ ਕਲਿਆਣ ਨਿਦਾ, ਰਾਮ ਨਾਮ ਜਪ ਸਾਰ। ਪਾਤਸ਼ਾਹ ਜੀ ਕਹਿੰਦੇ ਅਸੀਂ ਤਤ ਸਾਰ ਇਹ ਕੱਢਿਆ ਏ ਕਿ ਸਾਰੇ ਤਰ੍ਹਾਂ ਕਰਕੇ ਖਿਮਾ, ਕਲਿਆਣ, ਮੁਕਤੀ, ਤੇ ਇਸ ਤੋਂ ਇਲਾਵਾ ਨਿਧੀਆਂ, ਰਿੱਧੀਆਂ ਸਿੱਧੀਆਂ ਨਿਧੀਆਂ ਜਿਹੜੀਆਂ ਨੇ ਉਹ ਸਾਰੀਆਂ ਹੀ ਰਾਮ ਦੇ ਪਰਮਾਤਮਾ ਦੇ ਨਾਮ ਦੇ ਵਿੱਚ ਹੈ। ਸਾਰਾ ਕੁਝ ਮਿਲਦਾ ਹੈ ਕਾਹਦੇ ਨਾਲ? ਸਿਮਰਨ ਭਜਨ ਦੇ ਨਾਲ। ਗੁਰੂ ਪਿਆਰਿਓ, ਜਿਹੜਾ ਸਾਡਾ ਮੂਲ ਮੰਤਰ ਹੈ ਨਾ, ਮੂਲ ਮੰਤਰ ਸਾਰੀ ਪਵਿੱਤਰ ਬਾਣੀ ਦਾ ਧੁਰਾ ਮੁੱਖ ਬੰਦ ਹੈ। ਜਿਹਨੂੰ ਆਪਾਂ ਕਹਿ ਦਈਏ ਨਾ ਵੱਡੀ ਬਿਲਡਿੰਗ ਖਿਲਾੜਨੀ ਹੋਵੇ ਤੇ ਉਹਨੂੰ ਥੱਲੇ ਸਾਨੂੰ ਥੰਮ ਦੇਣਾ ਪਵੇਗਾ। ਸਾਰੇ ਹੀ ਜੀਵਨ ਤੇ ਬਾਣੀ ਦਾ ਥੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਮੂਲ ਮੰਤਰ ਹੈ। ਤੇ ਗੁਰੂ ਪਿਆਰਿਓ, ਸਾਰਾ ਉਹ ਸਾਰਿਆਂ ਤੋਂ ਵੱਡਾ ਥੰਮ ਹੈ ਤੇ ਟਿਕਾਊ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਸਾਰਿਆਂ ਨੂੰ ਅਸੀਂ ਵੇਖ ਲਿਆ, ਪਰ ਖਿਮਾ, ਮੁਕਤੀ, ਕਲਿਆਣ, ਨਿਧੀਆਂ ਸਾਰਾ ਕੁਝ ਪਰਮਾਤਮਾ ਦੇ ਰਾਮ ਦੇ ਨਾਮ ਦੇ ਵਿੱਚ ਹੈ, ਇਹਦੇ ਤਤ ਸਾਰ ਦੇ ਵਿੱਚ ਹੈ। ਅਗਰ ਜੇ ਅਸੀਂ ਨਾਮ ਤੋਂ ਖੁੰਝ ਗਏ ਨਾ ਗੁਰੂ ਪਿਆਰਿਓ, ਅਸੀਂ ਬਾਣੀ ਤੋਂ ਖੁੰਝ ਗਏ, ਤੇ ਯਾਦ ਰੱਖਿਓ ਗੁਰੂ ਪਿਆਰਿਓ, ਸਾਨੂੰ ਕੋਈ ਵੀ ਟਿਕਾਣਾ ਨਹੀਂ ਮਿਲੇਗਾ। ਸਾਡਾ ਆਉਣ ਦਾ ਮਕਸਦ ਜੀਵਨ ਦੇ ਵਿੱਚ ਕੀ ਹੈ? ਸਾਡਾ ਆਉਣ ਦਾ ਮਕਸਦ ਜੀਵਨ ਦੇ ਵਿੱਚ ਇਹ ਹੈ ਕਿ ਅਸੀਂ ਕੇਵਲ ਇੱਕ ਅਕਾਲ ਦੀ ਪੂਜਾ ਕਰਨੀ। ਜਿਵੇਂ ਮੈਂ ਆਰੰਭ ਵਿੱਚ ਵੀ ਆਪ ਜੀ ਦੇ ਨਾਲ ਬਚਨ ਸਾਂਝਾ ਕੀਤਾ ਹੈ, ਅਕਾਲ ਤਤ ਸਾਰ ਨੂੰ ਲੈਣਾ ਹੈ। ਤੇ ਤਤ ਸਾਰ ਹੈ ਸਾਰਿਆਂ ਦਾ ਮੂਲ ਭਾਵ ਹੈ ਇੱਕ ਪਰਮਾਤਮਾ ਦਾ ਨਾਮ। ਸਾਡਾ ਸੰਸਾਰ ਵਿੱਚ ਆਉਣ ਦਾ ਮਕਸਦ ਕੀ ਹੈ? 84 ਲੱਖ ਦਾ ਸਰਦਾਰ ਸਾਨੂੰ ਗੁਰੂ ਸਾਹਿਬ ਜੀ ਨੇ ਕਿਹਾ ਹੈ। 84 ਲੱਖ ਦਾ ਸਰਦਾਰ ਸਾਨੂੰ ਇਸ ਕਰਕੇ ਕਿਹਾ ਹੈ ਕਿ ਇਸ 84 ਲੱਖ ਸਰਦਾਰ ਦੇ ਵਿੱਚ, ਇਸ ਮਨੁੱਖਾ ਜਨਮ ਦੇ ਵਿੱਚ ਮਾਲਕ ਨੇ, ਪਰਮਾਤਮਾ ਨੇ ਸਾਨੂੰ ਸਾਰੇ ਸੁੱਖ ਦਿੱਤੇ ਨੇ। ਅਸੀਂ ਆਪਣੀ ਜ਼ੁਬਾਨ ਦੇ ਨਾਲ ਆਪਣੀ ਮਰਜ਼ੀ ਨਾਲ ਬੋਲ ਸਕਦੇ ਹਾਂ, ਅੱਖਾਂ ਨਾਲ ਮਰਜ਼ੀ ਨਾਲ ਤੱਕ ਸਕਦੇ ਹਾਂ, ਕੰਨਾਂ ਨਾਲ ਮਰਜ਼ੀ ਨਾਲ ਸੁਣ ਸਕਦੇ ਹਾਂ, ਸਰੀਰ ਦੇ ਨਾਲ ਮਰਜ਼ੀ ਨਾਲ ਚੱਲ ਸਕਦੇ, ਰੁਕ ਸਕਦੇ, ਬੈਠ ਸਕਦੇ, ਸੌਣ ਸਕਦੇ ਹਾਂ। ਸਾਨੂੰ ਬੜੇ ਸੁੱਖ ਦਿੱਤੇ ਨੇ ਮਾਲਕ ਨੇ। ਜਿਵੇਂ ਭਾਈ ਗੁਰਦਾਸ ਜੀ ਵੀ ਕਹਿੰਦੇ 84 ਲੱਖ ਜੂਨ ਵਿੱਚ ਉੱਤਮ ਜਨਮ ਸੁਮਾਨਸ ਦੇਹੀ, ਅੱਖੀਂ ਵੇਖਣ ਕਰਨ ਸੁਣਨ, ਸ਼ੁਭ ਮੁਖ ਬੋਲਣ ਬਚਨ ਸਨੇਹੀ। ਗੁਰੂ ਪਿਆਰਿਓ, ਭਾਈ ਗੁਰਦਾਸ ਜੀ ਕਹਿੰਦੇ ਨੇ ਵੇਖ ਤੈਨੂੰ ਉਸ ਮਾਲਕ ਨੇ ਕਿੰਨਾ ਕੁਝ ਦਿੱਤਾ ਹੈ, ਤੇਰੇ ਤੇ ਕਿੰਨੀ ਬਖਸ਼ਿਸ਼ ਕੀਤੀ ਹੈ ਉਸ ਮਾਲਕ ਨੇ ਕਿ ਤੈਨੂੰ ਆ ਮਨੁੱਖਾ ਦੇਹੀ ਮਿਲੀ ਹੈ। ਤੇ ਸਾਡਾ ਸੰਸਾਰ ਵਿੱਚ ਆਉਣ ਦਾ ਮਕਸਦ ਹੈ ਇੱਕ ਅਕਾਲ ਦਾ ਨਾਮ ਜਪਣਾ, ਇੱਕ ਜਿਹੜਾ ਕਾਲ ਤੋਂ ਰਹਿਤ ਹੈ, ਜਿਹਨੇ ਸਾਨੂੰ ਇੱਥੇ ਵੀ ਬਚਾਉਣਾ ਹੈ, ਜਿਹਨੇ ਅੱਗੇ ਵੀ ਬਚਾਉਣਾ ਹੈ।
ਭਾਈ ਗੁਰਦਾਸ ਜੀ ਕਹਿੰਦੇ 84 ਲੱਖ ਜੂਨ ਵਿੱਚ 84 ਲੱਖ ਜੂਨਾਂ ਦੇ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਸਭ ਤੋਂ ਉੱਤਮ ਜੇ ਮਨੁੱਖਾ ਦੇਹੀ ਹੈ ਤੇ ਮਨੁੱਖਾ ਜੀਵਨ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਅੱਖੀਂ ਵੇਖਣ, ਕਰਨ ਸੁਣਨ, ਮੁਖ ਬੋਲਣ ਸ਼ੁਭ ਬਚਨ ਸਨੇਹੀ। ਇਹ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਅਸੀਂ ਆਪਣੀ ਜ਼ੁਬਾਨ ਦੇ ਨਾਲ ਬੋਲ ਸਕਦੇ ਹਾਂ ਨਾ, ਆਪਣੀ ਮਰਜ਼ੀ ਦੇ ਨਾਲ, ਪਰ ਵੇਖੋ ਭਾਵੇਂ 84 ਲੱਖ ਜੂਨਾਂ ਤੋਂ ਬਗੈਰ, ਮਨੁੱਖਾ ਦੇਹੀ ਤੋਂ ਬਗੈਰ, ਗੁਰੂ ਪਿਆਰਿਓ ਸਾਰੇ ਲੋਕਾਂ ਦੇ ਕੋਲ, ਜੀਵ ਜੰਤੂਆਂ ਪਸ਼ੂ ਪੰਛੀਆਂ ਦੇ ਕੋਲ ਜ਼ੁਬਾਨ ਹੈ, ਪਰ ਉਹ ਖਾਣ ਦਾ ਆਨੰਦ ਤਾਂ ਮਾਣ ਸਕਦੇ ਆ, ਪਰ ਮਨੁੱਖ ਨੂੰ ਬੋਲ ਨਹੀਂ ਸਕਦੇ। ਉਹ ਤੁਰਨ ਦਾ ਆਨੰਦ ਮਾਣ ਸਕਦੇ ਆ, ਪਰ ਆਪਣੀ ਮਰਜ਼ੀ ਨਾਲ ਨਹੀਂ, ਕਿਉਂਕਿ ਉਹਨਾਂ ਦੇ ਗਲ ਦੇ ਵਿੱਚ ਰੱਸੀ ਪਈ ਹੈ, ਉਹਨਾਂ ਦੇ ਗਲ ਵਿੱਚ ਸੰਗਲ ਪਿਆ ਹੋਇਆ ਹੈ, ਉਹ ਮਰਜ਼ੀ ਨਾਲ ਨਹੀਂ। ਪਰ ਗੁਰੂ ਸਾਹਿਬ ਜੀ ਕਹਿੰਦੇ ਭਲਿਆ ਇਹ ਤੈਨੂੰ ਮਨੁੱਖਾ ਦੇਹੀ ਜਿਹੜੀ ਮਿਲੀ ਹੈ ਨਾ, ਇਹ ਯਾਦ ਰੱਖੀ, ਤੈਨੂੰ 84 ਲੱਖ ਦਾ ਸਰਦਾਰ ਬਣਾਇਆ। ਆਪਾਂ ਪੰਜਵੇਂ ਪਾਤਸ਼ਾਹ ਦਾ ਸ਼ਬਦ ਸਰਵਣ ਕਰਦੇ ਹਾਂ ਨਾ, ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਭਲਿਆ ਬੜੀਆਂ ਜ਼ਿਆਦਾ ਪ੍ਰਾਪਤੀਆਂ ਕਰਕੇ, ਬੜੇ ਧੱਕੇ ਖਾ ਕਰਕੇ ਤੈਨੂੰ ਆ ਮਨੁੱਖਾ ਦੇਹੀ ਮਿਲੀ ਹੈ। 84 ਲੱਖ ਦੇ ਵਿੱਚ ਧੱਕੇ ਖਾਦੇ ਸੀ ਪਹਿਲਾਂ। ਸਤਿਗੁਰੂ ਕਹਿੰਦੇ ਭਈ ਪ੍ਰਾਪਤ ਮਾਨਖ ਦੇ ਹੁਰੀਆ, ਭਾਈ ਇਹ ਮਨੁੱਖਾ ਦੇਹੀ ਮਿਲੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਗੋਬਿੰਦ ਜਿਹੜਾ ਪਰਮਾਤਮਾ ਹੈ ਉਹਨੂੰ ਮਿਲਣ ਦੀ ਇਹੋ ਵਾਰੀ ਆ ਤੇਰੇ ਵਾਸਤੇ। ਇਹਦੇ ਤੋਂ ਬਾਅਦ ਪਤਾ ਨਹੀਂ ਸਾਨੂੰ ਮਨੁੱਖਾ ਦੇਹੀ ਮਿਲੇਗੀ ਕਿ ਨਹੀਂ ਮਿਲੇਗੀ। ਆਪਾਂ ਨੂੰ ਕੀ ਪਤਾ ਹੈ? ਕੀ ਪਤਾ ਹੈ ਮਰਨ ਤੋਂ ਬਾਅਦ ਕਿੱਥੇ ਜਾਣਾ ਹੈ? ਕੀ ਪਤਾ ਹੈ ਕਿਹੜੀ ਦੇਹੀ ਵਿੱਚ ਮਿਲਣਾ ਹੈ? ਕੀ ਪਤਾ ਹੈ ਮੁਕਤ ਹੋ ਜਾਣਾ ਹੈ? ਕਿਵ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਯਾਦ ਰੱਖ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤਨਾ ਕਾਮ। ਆ ਜਿਨ੍ਹਾਂ ਨੂੰ ਤੂੰ ਜ਼ਰੂਰੀ ਸਮਝੀ ਬੈਠਾ ਹੈ ਨਾ, ਆ ਦੁਨੀਆ ਦੇ ਧੰਦਿਆਂ ਨੂੰ ਜ਼ਰੂਰੀ, ਕਾਰੋਬਾਰਾਂ ਨੂੰ ਜ਼ਰੂਰੀ ਸਮਝੀ ਬੈਠਾ ਹੈ, ਸਤਿਗੁਰੂ ਕਹਿੰਦੇ ਇਹ ਹੋਰ ਕੰਮ ਤੇਰੇ ਕਿਸੇ ਕੰਮ ਨਹੀਂ ਆਉਣੇ। ਕਿਸੇ ਤੇ ਜਾ ਕਰਕੇ, ਠੀਕ ਹੈ ਅਸੀਂ ਦਸਾਂ ਨੋਹਾਂ ਦੀ ਕਿਰਤ ਕਰਨੀ ਹੈ, ਪਰ ਅਸੀਂ ਪਹਿਲਾਂ ਪਰਮਾਤਮਾ ਦਾ ਨਾਮ ਸਿਮਰਨਾ ਹੈ, ਉਹਦੇ ਤੋਂ ਬਾਅਦ ਅਸੀਂ ਦਸਾਂ ਨੋਹਾਂ ਦੀ ਕਿਰਤ ਕਰਨੀ ਹੈ। ਅਗਰ ਜੇ ਦਸਾਂ ਨੋਹਾਂ ਦੀ ਕਿਰਤ ਕਰਨੀ ਹੈ ਤੇ ਦਸਾਂ ਨੋਹਾਂ ਦੀ ਕਿਰਤ ਕਰਕੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਗੁਰੂ ਅੱਗੇ ਅਰਦਾਸ ਬੇਨਤੀ ਕਰ, ਰਹਿਮਤ ਕਰ, ਮਾਲਕ ਦੇ ਚਰਨਾਂ 'ਚੋਂ ਬਖਸ਼ਿਸ਼ ਪ੍ਰਾਪਤ ਕਰ ਕਿ ਮਾਲਕਾ ਜਿੱਥੇ ਤੂੰ ਦਸਾਂ ਨੋਹਾਂ ਦੀ ਕਿਰਤ ਦਿੱਤੀ ਹੈ ਉੱਥੇ ਤੇਰਾ ਨਾਮ ਵੀ ਨਾ ਮੈਂ ਭੁੱਲਾਂ, ਮੈਂ ਤੈਨੂੰ ਵੀ ਚੇਤੇ ਕਰਦਾ ਰਵਾਂ, ਕਿਤੇ ਇਹ ਨਾ ਹੋਵੇ ਮੈਂ ਦੁਨੀਆ ਦੇ ਧੰਦਿਆਂ ਵਿੱਚ ਹੀ ਲੱਗਿਆ ਰਵਾਂ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਾਤਸ਼ਾਹ ਅਸੀਂ ਕਰੀਏ ਕੀ, ਸਾਨੂੰ ਇਹ ਵੀ ਦੱਸ ਦਿਓ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜੀ ਗੁਰੂ ਕੀ ਸੰਗਤ ਕਰਨੀ ਹੈ ਨਾ, ਜ਼ਰੂਰੀ ਹੈ ਤੇਰੇ ਵਾਸਤੇ। ਇਹਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਸਤ ਸੰਗਤ ਵਿੱਚ ਬੈਠ ਕਰਕੇ ਕਰ। ਭਜ ਕੇਵਲ ਨਾਮ, ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦਾ ਨਾਮ ਉਸ ਸੰਗਤ ਵਿੱਚ ਬੈਠ ਕਰਕੇ ਜਪ, ਉਹਦੀ ਵਡਿਆਈ ਪ੍ਰਾਪਤ ਕਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਕਿਰਪਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਉਹ ਭਲਿਆ ਕੁਝ ਇਕੱਠਾ ਕਰ ਲਾ, ਆ ਜਿਹੜਾ ਤੇਰਾ ਜਨਮ ਹੈ ਇਹ ਵਿਰਥਾ ਹੀ ਤੁਰਿਆ ਜਾ ਰਿਹਾ ਹੈ। ਏਕ ਘੜੀ ਆਦੀ ਆਦੀ ਹੂੰ ਤੇ ਆਦ। ਇਸੇ ਤਰ੍ਹਾਂ ਭਲਿਆ ਕਰਨਾ ਤਾਂ ਤੂੰ ਇਹ ਸੀ ਕਿ ਭਾਵੇਂ ਘੜੀ ਭਾਵੇਂ ਪਲ ਪਰਮਾਤਮਾ ਦਾ ਸਿਮਰਨ ਕਰਨਾ ਸੀ, ਪਰ ਇਹ ਤੇਰੀ ਉਮਰ ਪਲ ਪਲ ਕਰਕੇ ਘਟਦੀ ਤੁਰੀ ਜਾ ਰਹੀ ਹੈ, ਇਹ ਨਾਸ ਹੁੰਦੀ ਜਾ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਸਤਿਗੁਰੂ ਪਾਤਸ਼ਾਹ ਜੀ ਨੇ ਅਖੀਰੀ ਫੇਰ ਬੇਨਤੀ ਕੀਤੀ ਹੈ, ਆਖਿਆ ਮਾਲਕਾ ਕਿਰਪਾ ਕਰ, ਮੇਰੀ ਅਰਦਾਸ ਮੇਰੀ ਬੇਨਤੀ ਨੂੰ ਪ੍ਰਵਾਨ ਕਰ, ਮੇਰੇ ਤੇ ਕਿਰਪਾ ਕਰ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਸਾਰੀਆਂ ਇਸੇ ਤਰ੍ਹਾਂ ਖਿਮਾ ਕਲਿਆਣ ਸਾਰਾ ਕੁਝ ਇਹ ਯਾਦ ਰੱਖੀ, 9 ਨਿਧੀਆਂ 18 ਸਿੱਧੀਆਂ ਨੇ ਉਹ ਨਾਮ ਦੇ ਵਿੱਚ ਹੈ। ਇਸ ਕਰਕੇ ਜਿਹੜਾ ਜੀਵਨ ਤੈਨੂੰ ਮਿਲਿਆ ਗੁਰੂ ਕੀ ਸੰਗਤ ਦੇ ਵਿੱਚ, ਉਹ ਬੈਠ ਕਰਕੇ ਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਸਾਰ ਤਤ ਸਾਰ ਨਾਮ ਹੈ
उस वाहिगुरू परमात्मा दे नाम नूं सिमरना कर, ओदा भजन करना कर, अठे पहर भजन करना कर। ते गुरु अर्जन देव पातशाह जी कहते ने इहदे विच खिमा भी हो जाएगी, भाव के मुक्ति भी हो जाएगी, कल्याण भी हो जाएगी, ते सारे सुख भी प्राप्त हो जाणगे। नरक निवारै दुख हरै, टूटै अनक कलेस। गुरु अर्जन देव पातशाह नूं पुछिए कि पातशाह जिहड़े तुसीं नाम की गल कीती है, ये नाम जिहड़ा है किन्ना कुछ सानूं दवेगा, किन्नी क बख्शिश करेगा। ते धन गुरु अर्जन देव सच्चे पातशाह महाराज कहंदे नरक निवारै। भलिया हो सकदा तू माड़े कर्म करने होण जिहड़े तू अपने अणभोल, इस तो इलावा जिहड़ा अणजाणे दे विच तू माड़े कर्म करदा उन्हां दा करके तू हो सकदा नरकां नूं भी चले जावें। पर जिहड़ा तू परमात्मा दा नाम तत् सार नूं जपना है ना, गुरु अर्जन देव पातशाह कहंदे सब तो पहली गल ते है कि तू नरकां तो तैनूं निवृत्ति मिल जावेगी। नरकां तो, टेढ़ियां मेढ़ियां जूनां तो, कई जन्म भी भय कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर बृख जोयो। सतगुरु पातशाह जी कहंदे जिहड़े इन्ने सालां ते तुरिया फिरदा है, इन्हां नरकां तो तैनूं छुटकारा मिल जाए, तेरी निवृत्ति हो जाएगी। नरक निवारै दुख हरै। हुण गुरु प्यारिओ आपां सारे ही इहो ही मनुख यतन करदा है कि मैनूं दुख ना आवे किते। हर मनुख इहो यतन करदा मैं दुखी ना होवां। अगर जे बुखार चढ़ गया तो तां भी सोचदा है कि मैं किते बीमार ना हो जावां, भज के डॉक्टर को, वैद को, हकीम को दवाई लई जांदी है। दूजा असीं किसी भी तरीके दे नाल चाहुंदे नहीं है कि दुख जिहड़ा है साडे शरीर ते आवे। पर गुरु अर्जन देव पातशाह जी कहंदे ने जिहड़ा परमात्मा दा नाम है ना, उस नाम दे नाल नरकां तो ते छुटकारा मिलना ही मिलना है, पर दुख भी तेरे नाश हो जाणगे, दुख भी सारे कट्टे जाणगे जिन्ने भी जाए। गुरु प्यारिओ दुख कट्टे कदों जाणगे जदों असीं तत्त सार नूं समझ लवांगे, असीं एक अकाल दे नाम नूं समझांगे, एक अकाल दे नाम नूं सिमरांगे। सतगुरु सच्चे पातशाह जी कहंदे ने नरक निवारै दुख हरै, टूटै अनक कलेस। ते अनेकां जिहड़े झंबेले पए होए ने, कलेश पए होए ने, बड़ा कोई किते हासा है, किते रोना पिया होया है, सानू कदी कुछ प्राप्त हुंदा है। धन गुरु अर्जन देव सच्चे पातशाह जी कहंदे ये सारे खत्म हो जाणगे। ये कलेश भी जिहड़े ने, लड़ाई झगड़ा फरेब ठगी, सारा कुछ तेरा खत्म हो जाएगा। कदों खत्म होवेगा? जदों नाम की वडियाई मिल जाएगी, जदों नाम का तत्त सार प्राप्त हो जाएगा, उदों सारे खत्म हो जाणगे। ते अगे गुरु अर्जन देव जी अगली पंक्ति विच होर किरपा करते ने, मीच हुटै जम ते छुटै हर कीर्तन परवेश। गुरु अर्जन देव सच्चे पातशाह महाराज कहंदे ने कि भाई ये गल याद रख कि जिहड़े सुखां ते आनंद नूं तू मानण वास्ते तैयार बैठा है ना, परमात्मा दे नाम दे नाल वो सारा कुछ तैनूं इत्थों मिल जेगा। मीच हुटै, भलिया तेरा मरना भी खत्म हो जाएगा। वेखो नाम दे विच गुरमुखो वडियाइयां किन्नियां ने, मनुख इहनूं समझदा ते नहीं। गुरु किरपा कर दवे ते गुरु समझावे ते समझ जांदा है। जिवें एक बंदा पहला अमृतधारी नहीं है, उन्होंने पता लगता है कि अमृत छकना है, मेरे जीवन वास्ते अमृत बड़ा जरूरी है, खंडे बाटे की पौल छकनी बड़ी जरूरी है, ये गल समझ लैंदा है। जिन्नी जिंदगी उन्हें लंघा लई ते जदों अमृत छक लिया तो फिर बंदा मत्थे ते हत्थ मारदा, वो भलिया लोका, वो मेरिया मना मैं तो जिंदगी अपनी एवें गवा ली। जिहड़ा आनंद अमृत धारी होके मिलिया वो पहला नहीं सी मिलिया, वो नशे करके नहीं सी मिलिया, माड़े कर्म करके नहीं सी मिलिया, जिहड़ा हुण मैनूं अमृत छक के मिलिया। फिर समझ पै जाती है ना, जदों असीं बाणी वाले पासे तुरांगे, बाणे दे धारनी वाले पासे तुरांगे, नाम वाले पासे तुरांगे, गुरु प्यारिओ फिर सानू सहिजे सहिजे समझ लग जाएगी। आपां इत्थों एक जगह तो दूजी जगह ते दिल्ली तो बंबे जाना होवे ना, अगर नहीं भी ना सानू पता
ਤੇ ਜਦੋਂ ਆਪਾਂ ਸਹਿਜੇ ਸਹਿਜੇ ਪੁੱਛਦੇ ਪੁੱਛਦੇ ਬੰਬੇ ਵਾਲੇ ਪਾਸੇ ਨੂੰ ਚੱਲਾਂਗੇ ਨਾ, ਤੇ ਜਦੋਂ ਅਸੀਂ ਰਸਤੇ ਤੇ ਚੜ੍ਹ ਜਾਵਾਂਗੇ ਤੇ ਸਾਨੂੰ ਆਸ ਹੋ ਜਾਵੇਗੀ ਅਸੀਂ ਬੰਬੇ ਪਹੁੰਚ ਜਾਵਾਂਗੇ। ਬਸ ਜ਼ਿੰਦਗੀ ਵੀ ਇੱਕ ਰਸਤਾ ਹੈ ਗੁਰੂ ਪਿਆਰਿਓ। ਜਦੋਂ ਇਹਦੇ ਤੇ ਚੱਲਣਾ ਸ਼ੁਰੂ ਕਰਾਂਗੇ, ਇਹਦੇ ਵਿੱਚ ਨਾਮ ਦਾ ਰਸਤਾ ਲੈ ਕੇ ਤੁਰ ਪਵਾਂਗੇ, ਤੇ ਆਪਾਂ ਜ਼ਿੰਦਗੀ ਰੂਪੀ ਮੰਜ਼ਿਲ ਦੇ ਉੱਤੇ ਜ਼ਰੂਰ ਪਹੁੰਚ ਜਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੀਚ ਹੁਟੈ ਜਮ ਤੇ ਛੁਟੈ, ਭਲਿਆ ਤੂੰ ਜਮਾਂ ਨਾਲੋਂ ਵੀ ਛੁੱਟ ਜਾਵੇਂਗਾ। ਨਹੀਂ ਤਾਂ ਜਮ ਗੁਰਮੁਖੋ ਬੜੇ ਸਤਾਉਂਦੇ ਜੇ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਆਹ ਰਸਤੇ ਵਾਲੇ ਪਾਸੇ ਨੂੰ ਜਾਣਾ ਪੈਣਾ ਜੇ। ਜਦੋਂ ਕਿਤੇ ਜਮਾਂ ਦੇ ਵਸ ਦੇ ਵਿੱਚ ਪੈ ਗਏ ਅਸੀਂ, ਜਦੋਂ ਸਾਡਾ ਜਮਾਂ ਨਾਲ ਵਾਹ ਪੈ ਗਿਆ ਨਾ, ਤੇ ਗੁਰੂ ਪਿਆਰਿਓ ਨਾ ਫਿਰ ਅੱਗੇ ਜਾ ਕਰਕੇ ਉੱਥੇ ਸਾਨੂੰ ਕਿਸੇ ਨੇ ਬਚਾਉਣਾ ਹੈ। ਫਿਰ ਤਾਂ ਜੋ ਜੈ ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਫਿਰ ਦੂਜੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਪਵੇਗੀ। ਅਸੀਂ ਜੋ ਕੀਤਾ ਹੈ ਉਹ ਸਾਨੂੰ ਜਿਹੜਾ ਉਹਦਾ ਭੋਗਣਾ ਪਵੇਗਾ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ। ਕੀ ਕਰੀਏ ਅਸੀਂ ਆਪਣੇ ਕਰਮ ਦੀ ਗਤ? ਗੁਰੂ ਪਿਆਰਿਓ ਆਪਾਂ ਕੀ ਜਾਣਦੇ ਹਾਂ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਮ ਤੇ ਛੁੱਟੈ ਹਰ ਕੀਰਤਨ ਪ੍ਰਵੇਸ਼। ਭਾਈ ਇੱਕ ਅਕਾਲ ਪੁਰਖ ਪਰਮਾਤਮਾ ਦੀ ਕੀਰਤੀ, ਉਹਦੇ ਨਾਮ ਦੀ ਕਮਾਈ ਕਰਨ ਦੇ ਨਾਲ ਜਮਾਂ ਨਾਲੋਂ ਛੁਟਕਾਰਾ ਵੀ ਮਿਲ ਜਾਵੇਗਾ, ਨਰਕਾਂ ਦੇ ਵਿੱਚੋਂ ਵੀ ਛੁਟਕਾਰਾ ਮਿਲ ਜਾਵੇਗਾ, ਹਰ ਤਰ੍ਹਾਂ ਕਰਕੇ ਛੁਟਕਾਰਾ ਮਿਲ ਜਾਵੇਗਾ। ਭਉ ਬਿਨਸੈ ਅੰਮ੍ਰਿਤ ਰਸੈ, ਰੰਗ ਰਤੇ ਨਿਰੰਕਾਰ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਸਾਰੇ ਤਰ੍ਹਾਂ ਭਉ ਜਿਹੜਾ ਪ੍ਰੇਮ, ਇਸੇ ਤਰ੍ਹਾਂ ਡਰ ਨੇ, ਉਹ ਵੀ ਪ੍ਰਮਾਤਮਾ ਦੇ ਨਾਮ ਦੇ ਨਾਲ ਨੱਸ ਜਾਣਗੇ। ਕੋਈ ਡਰ ਨਹੀਂ ਰਵੇਗਾ, ਜੰਮਣ ਦਾ ਡਰ ਨਹੀਂ ਰਵੇਗਾ। ਇਸ ਤੋਂ ਇਲਾਵਾ ਗੁਰੂ ਪਿਆਰਿਓ ਨਾ ਮਰਨ ਦਾ ਡਰ ਰਵੇਗਾ, ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਭਉ ਬਿਨਸੈ ਅੰਮ੍ਰਿਤ ਰਸੈ। ਅੰਮ੍ਰਿਤ ਦਾ ਰਸ ਆਉਣਾ ਸ਼ੁਰੂ ਹੋ ਜਾਵੇਗਾ। ਅੰਮ੍ਰਿਤ ਦਾ ਰਸ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਨਾ, ਉਹਨਾਂ ਨੂੰ ਪਤਾ ਹੈ ਕਿ ਖੰਡੇ ਬਾਟੇ ਦੇ ਪੌਲ ਦੇ ਅੰਮ੍ਰਿਤ ਦਾ ਰਸ ਕੀ ਹੈ। ਤੇ ਜਿਨ੍ਹਾਂ ਨੇ ਨਹੀਂ ਛਕਿਆ ਵਿਚਾਰੇ ਤਰਸਦੇ ਵੀ ਆ ਕਿ ਅੰਮ੍ਰਿਤ ਦਾ ਰਸ ਕਿਹੋ ਜਿਹਾ ਹੈ। ਪਰ ਬਾਣੀ ਨਾਲ ਤਿਆਰ ਹੋਇਆ, ਪੌਲ ਨਾਲ ਤਿਆਰ ਹੋਇਆ ਅੰਮ੍ਰਿਤ, ਉਹਦਾ ਗੁਰਮੁਖੋ ਆਨੰਦ ਹੀ ਵੱਖਰਾ ਹੈ। ਸਿਰ ਵੀ ਲੱਥ ਜਾਵੇ ਤੇ ਆਨੰਦ ਦੇ ਵਿੱਚ ਫਰਕ ਕੋਈ ਨਹੀਂ ਪੈਂਦਾ। ਬੰਦ ਵੀ ਕੱਟਿਆ ਜਾਵੇ ਤੇ ਆਨੰਦ ਵਿੱਚ ਫਰਕ ਕੋਈ ਨਹੀਂ ਪੈਂਦਾ। ਸਤਿਗੁਰੂ ਜੀ ਕਹਿੰਦੇ ਨੇ ਅੰਮ੍ਰਿਤ ਰਸ ਰੰਗ ਰਤੇ ਨਿਰੰਕਾਰ। ਜਿਨ੍ਹਾਂ ਨੇ ਤਤ ਸਾਰ ਨੂੰ ਸਮਝ ਲੈਂਦੇ ਨੇ ਉਹ ਨਿਰੰਕਾਰ ਵਾਹਿਗੁਰੂ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ। ਦੁੱਖ ਦਾਰਿਦਰ ਅਪਵਿੱਤਰਤਾ ਨਾਸਹਿ ਨਾਮ ਆਧਾਰ। ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਫਿਰ ਇਸ ਨਾਮ ਦੇ ਨਾਲ ਹਰ ਤਰ੍ਹਾਂ ਦੇ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਣਗੇ, ਦਲਿੱਦਰ ਖਤਮ ਹੋ ਜਾਣਗੇ। ਜਿਹੜਾ ਬੰਦਾ ਕਹਿੰਦਾ ਨਾ ਮੈਂ ਉੱਠਿਆ ਨਹੀਂ ਜਾਂਦਾ, ਬਾਣੀ ਨਹੀਂ ਪੜ੍ਹੀ ਜਾਂਦੀ, ਸਿਮਰਨ ਨਹੀਂ ਭਾਈ ਸਾਹਿਬ ਜੀ ਕੀਤਾ ਜਾਂਦਾ, ਗੁਰੂ ਸਾਹਿਬ ਜੀ ਕਹਿੰਦੇ ਇਹ ਵੀ ਖਤਮ ਹੋ ਜਾਵੇਗਾ। ਕਾਹਦਾ ਕਰਕੇ? ਜਦੋਂ ਨਾਮ ਦੇ ਤਤ ਸਾਰ ਸਿਧਾਂਤ ਵੱਲ ਜਾਵੇਂਗਾ, ਤੇਰੇ ਅੰਦਰੋਂ ਅਪਵਿੱਤਰਤਾ ਨਾਸ ਹੋ ਜਾਵੇਗੀ। ਕਾਹਦੇ ਕਰਕੇ ਪਵਿੱਤਰਤਾ ਨਾਸ ਹੋਵੇਗੀ? ਨਾਮ ਆਧਾਰ, ਇੱਕ ਪਰਮਾਤਮਾ ਦੇ ਸੱਚੇ ਨਾਮ ਦੇ ਆਧਾਰ ਦੇ ਨਾਲ, ਪਰਮਾਤਮਾ ਦੇ ਆਸਰੇ ਦੇ ਨਾਲ, ਉਹਦੇ ਨਾਲ ਫਿਰ ਸਾਰਾ ਕੁਝ ਮਿਲ ਜਾਵੇਗਾ। ਸੁਰ ਨਰ ਮਨ ਜਨ ਖੋਜ ਤੇ ਸੁਖ ਸਾਗਰ ਗੋਪਾਲ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇੱਥੇ ਸੁਰ ਦਾ ਅਰਥ ਹੈ ਦੇਵਤੇ, ਨਰ ਦਾ ਅਰਥ ਹੈ ਮਨੁੱਖ, ਮਨ ਦਾ ਅਰਥ ਹੈ ਮੁਨੀ ਲੋਕ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸਾਰੇ ਦੇਵਤੇ, ਮਨੁੱਖ, ਮੁਨੀ ਲੋਕ, ਦੇਵੀ ਦੇਵਤੇ ਲੋਕ ਜਿਹੜੇ ਨੇ ਉਸ ਸਾਗਰ ਗੋਪਾਲ ਜਿਹੜਾ ਧਰਤੀ ਦੀ ਪ੍ਰਤਪਾਲਣਾ ਕਰਦਾ ਹੈ, ਜਿਹੜਾ ਧਰਤੀ ਦੀ ਰੱਖਿਆ ਕਰਦਾ ਹੈ, ਜਿਹੜਾ ਇਸੇ ਤਰ੍ਹਾਂ ਇਹਦੇ ਤਤ ਸਾਰ ਦੀ ਗੱਲ ਕਰਦਾ ਹੈ, ਉਹਨੂੰ ਸਾਰੇ ਲੱਭਦੇ ਫਿਰਦੇ ਨੇ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਮਨ ਨਿਰਮਲ ਮੁਖ ਊਜਲਾ ਹੋਏ ਨਾਨਕ ਸਾਧ ਰਵਾਲ। ਅਖੀਰਲੀ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੇ ਭਾਈ ਵੇਖ, ਜਿਹਨੂੰ ਦੇਵੀ ਦੇਵਤੇ ਮਨੁੱਖ ਮੁਨੀ ਜਨ ਲੱਭਦੇ ਫਿਰਦੇ ਨੇ, ਜਿਹੜਾ ਸਾਰੀ ਧਰਤੀ ਦਾ ਮਾਲਕ ਹੈ, ਧਰਤੀ ਦੇ ਮਾਲਕ ਨੂੰ ਲੱਭਦੇ ਫਿਰਦੇ ਨੇ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਨ ਨਿਰਮਲ ਮੁਖ ਉਜਲਾ। ਉਹਦੇ ਨਾਮ ਦੇ ਨਾਲ, ਉਹਦੇ ਇਸੇ ਤਰ੍ਹਾਂ ਨਾਮ ਦੀ ਕਮਾਈ ਦੇ ਨਾਲ ਮਨ ਵੀ ਨਿਰਮਲ ਹੋ ਜਾਵੇਗਾ,
ਮੁੱਖ ਜਿਹੜਾ ਹੈ ਜੇ ਤੋਂ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰੇਗਾ ਉਹ ਵੀ ਉਜਲਾ ਹੋ ਜਾਵੇਗਾ। ਤੇ ਸਤਿਗੁਰੂ ਕਹਿੰਦੇ ਨੇ ਹੋਏ ਨਾਨਕ ਸਾਧ ਰਵਾਲ, ਰੱਬ ਦੇ ਪਿਆਰਿਆਂ ਸੰਤਾਂ ਮਹਾਂਪੁਰਖਾਂ ਦੀ ਜਿਹੜੀ ਸੰਗਤ ਕਰੇਗਾ ਨਾ, ਭਲਿਆ ਲੋਕਾ ਯਾਦ ਰੱਖੀ ਉਸ ਗੁਰੂ ਦੀ ਸੰਗਤ ਦੇ ਨਾਲ ਇਹ ਸਾਰੇ ਪਦਾਰਥ ਮਿਲ ਜਾਵੇਂਗੇ, ਮਹਾਂਪੁਰਖਾਂ ਦੀ ਸੰਗਤ ਦੇ ਨਾਲ। ਪਰ ਮਹਾਂਪੁਰਖ ਵੀ ਕਿਹੜਾ ਹੋਵੇ? ਜੇ ਗੁਰੂ ਪਿਆਰਿਓ ਮਹਾਂਪੁਰਖ ਸੰਤ ਉਹ ਹੋਵੇ ਜਿਹੜਾ ਅੰਦਰ ਦੀ ਗੱਲ ਨੂੰ ਜਾਣ ਲਵੇ। ਸਤਿਗੁਰੂ ਦੀ ਬਾਣੀ ਵਿੱਚ ਬੜੇ ਥਾਵਾਂ ਤੇ ਸੰਤ ਦਾ ਜ਼ਿਕਰ ਕੀਤਾ ਜੀ। ਵੈਸੇ ਤਾਂ ਇੱਕ ਸੰਤ ਦੱਬੀ ਪਖੰਡੀ ਵੀ ਹੈਗੇ ਨੇ, ਆ ਜਿਹੜੇ ਚੋਲੇ ਪਾ ਕੇ ਵੀ ਤੁਰੇ ਫਿਰਦੇ ਨੇ, ਆਪਣੇ ਆਪ ਨੂੰ ਕੋਈ ਬ੍ਰਹਮ ਗਿਆਨੀ ਕਹਿੰਦਾ, ਕੋਈ ਕੁਝ ਕਹਿੰਦਾ। ਪਰ ਜਿਹੜਾ ਬ੍ਰਹਮ ਗਿਆਨੀ ਹੋਵੇਗਾ ਉਹ ਬ੍ਰਹਮ ਗਿਆਨੀ ਬਣੇਗਾ ਨਹੀਂ, ਉਹਨੂੰ ਸੰਸਾਰ ਬਣਾਵੇਗਾ। ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ। ਤੇ ਗੁਰੂ ਅਰਜਨ ਦੇਵ ਜੀ ਨੂੰ ਪੁੱਛੀਏ ਪਾਤਸ਼ਾਹ ਸੰਤ ਕਿਹੜਾ ਜੇ, ਬ੍ਰਹਮ ਗਿਆਨੀ ਕਿਹੜਾ ਜੇ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਉਸ ਸੰਤ ਦੀ ਸੰਗਤ ਕਰਕੇ ਜੀਵਨ ਸਵਰ ਜਾਵੇਗਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਹੜਾ ਇਹਦੇ ਨਾਲ ਮਨ ਵੀ ਸੱਚਾ ਏ, ਮੁਖ ਵੀ ਸੱਚਾ ਏ, ਅੰਦਰ ਹਿਰਦਾ ਵੀ ਸੱਚਾ ਏ, ਤੇ ਪਰਮਾਤਮਾ ਦੇ ਨਾਮ ਦਾ ਜਿਹਨੂੰ ਇੱਕ ਦਾ ਆਸਰਾ ਹੈ, ਐਸੇ ਰੱਬ ਦੇ ਪਿਆਰੇ ਸਾਧ ਦੀ ਸੰਗਤ ਕਰਕੇ ਮਨ ਜਿਹੜਾ ਏ ਉਹ ਨਿਰਮਲ ਹੋ ਜਾਵੇਗਾ। ਤੇ ਫਿਰ ਉਹਦੇ ਨਾਲ ਲੋਕ ਵੀ ਅਤੇ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਜਿਹੜਾ ਪਾਵਨ ਥਿੱਤੀ ਗੌੜੀ ਦਾ ਸ਼ਬਦ ਸੀ ਉਹਦੀ ਵਿਚਾਰ ਦੇ ਵਿੱਚ ਆਪਣੇ ਉੱਪਰ ਸਤਿਗੁਰੂ ਜੀ ਨੇ ਰਹਿਮਤ ਕਿਰਪਾ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਿਰਪਾ ਕਰਨ। ਗੁਰੂ ਪਿਆਰਿਓ ਜੋ ਕੁਝ ਵੀ ਆਪਾਂ ਗੁਰੂ ਦੇ ਚਰਨਾਂ ਵਿੱਚ ਲੈਣਾ, ਇੱਕ ਬਚਨ ਕਰਕੇ ਮੈਂ ਸਮਾਪਤੀ ਕਰ ਦਿਆਂ। ਆਪਾਂ ਗੁਰੂ ਅੱਗੇ ਜੋ ਵੀ ਕੁਝ ਮੰਗਣਾ ਹੈ, ਨਾਮ ਦੀ ਦਾਤ ਮੰਗਣੀ ਹੈ, ਗੁਰਸਿੱਖੀ ਮੰਗਣੀ ਹੈ, ਧਨ ਪਦਾਰਥ ਮੰਗਣੇ ਨੇ, ਅਸੀਂ ਦੇ ਰੋਗਤਾ ਮੰਗਣੀ ਹੈ, ਸੁੱਖ ਸ਼ਾਂਤੀ ਮੰਗਣੀ ਹੈ। ਗੁਰੂ ਪਿਆਰਿਓ ਕੇਵਲ ਤਾਂ ਕੇਵਲ ਉਹਦਾ ਤੱਤ ਸਾਰ ਹੈ ਇੱਕ ਗੁਰੂ ਗ੍ਰੰਥ ਸਾਹਿਬ ਅੱਗੇ, ਪਰਮਾਤਮਾ ਅੱਗੇ ਅਰਦਾਸ। ਜਦੋਂ ਅਸੀਂ ਅਰਦਾਸ ਕਰਾਂਗੇ ਨਾ ਤੇ ਸਾਨੂੰ ਸਾਰਾ ਕੁਝ ਮਿਲ ਜਾਵੇਗਾ। ਇੱਕ ਉਰਦੂ ਦੇ ਸ਼ਾਇਰ ਨੇ ਨਾ ਅਰਦਾਸ ਦੇ ਬਾਬਤ ਬੜੇ ਸੋਹਣੇ ਬਚਨ ਲਿਖੇ ਨੇ। ਸ਼ਾਇਰ ਕਹਿੰਦਾ ਜੋ ਬਾਤ ਦਵਾ ਸੇ ਬਣ ਨਾ ਸਕੈ ਉਹ ਬਾਤ दुआ से होती है, जद कामल मुर्शद मिलते हैं तब बात खुदा से होती है, खुदा मंजूर करता दुआ जब दिल से होती है, मुश्किल तो यही है जे मुश्किल से होती है। अरदास गुरु दे चरणां च, अरदास गुरु दे चरणां दे विच सानू सारा कुछ दवा देवेगी। गुरु अगे जो मंगना है अरदास करो, गुरु दे चरण परसो, एक गुरु दी सिੱਖੀ ਨੂੰ ਧਾਰਨ करो, एक अकाल दे नाम दी कमाई करो। ਤੇ ਗੁਰੂ ਪਿਆਰਿਓ ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਜਿਹੜੀ ਬਖਸ਼ਿਸ਼ ਹੈ ਉਹ ਪ੍ਰਾਪਤ ਹੋ ਜਾਵੇਗੀ। ਸਤਿਗੁਰੂ ਜੀ ਕਿਰਪਾ ਕਰਨ, ਇਤਨੇ ਕੁ ਬਚਨ ਪ੍ਰਵਾਨ ਕਰਨੇ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ।